जियो पिंड सब तेरी रास, तुम मात पिता हम बारक तेरे। तुमरी कृपा में सूख कनेरे, कोई न जाने तुमरा अंत। ऊंचे ते ऊंचा भगवंत, सगल समगरी तुमरै सूतर धारी। तुम ते होए सो आज्ञाकारी, तुमरी गत मित तुम ही जानी। नानक दास सदा कुर्बानी, होवै सिफत खसमदे। अरसों कुरसों चटी, तुद डिठे सच्चे पातशाह। मल जन्म जन्म दे, तुद डिठे सच्चे पातशाह। मल जन्म जन्म दी खटिया। सतनाम श्री वाहिगुरु साहिब जीओ। श्लोक महला पंजवा। मित्र प्यारा नानक जी, मैं छड़ गवाया। रंग कुसुम्बै भुली, तो सज्जन की मैं कीम ना पाउंदे। हो तुद बिन अड ना लहिंदी। मित्र प्यारा नानक जी, मैं छड़ गवाया। रंग कुसुम्बै भुली। वाहिगुरु जी का खालसा, वाहिगुरु जी की फतेह। गरीब नवाज सतगुरु गुरु ग्रंथ साहिब जियां दी पवित्र हजूरी अंदर सभायमान हो रही गुरु की संगत। सतगुरु जी अमृत वेले दियां दातां बख्शिश कर रहे हैं। आओ अपने ध्यान नूं टकाइए, भावना दे नाल सतगुरां दी अमृत बाणी सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। श्लोक महला पंजवा। पंचम पातशाह धन गुरु अर्जन देव महाराज साहब जी रामकली राग जो है तिसदी दूजी वार दा श्लोक सानू बख्शिश कर रहे ने। 12 श्लोक आपां पिछे सरवण कर आए हाँ। 22 श्लोक इस वार दे महाराज ने कुल लिखे ने। 12 श्लोक सरवण कीते। अज 13वें श्लोक की विचार सरवण करांगे। 963 अंग दे उपर महाराज जी दे शब्द की विचार आपां सरवण करन जा रहे हाँ। मित्र प्यारा नानक जी, सतगुरु नानक देव पातशाह जियां दे रूप ने। धन गुरु अर्जन देव पातशाह जी पातशाह कह लगे, जो हरि परमात्मा प्यारा मित्र है, जिस दे वर्गा होर कोई मित्र है ही नहीं है। दुनिया दे मित्र संसार दे जिहड़े ने मतलब पैण ते जुड़ जांदे, मतलब निकलन ते छड़ जांदे। सुख मैं आन बहुत मिल बैठत रहत, चहूँ दिस घेरै। विपत परी सब ही संग शावडत, कोऊ ने आवत नेरै। दुनिया दे ऐसे मित्र ने विपता पई छड़ गए, कुछ मिल गया ते नाल बैठ गए। परमात्मा एक ऐसा मित्र है जिहड़ा दुख ते सुख दोनों समयां विच तेरे नाल है। तां 10वें पातशाह ने आखिया है
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸੋ ਐਸਾ ਉਹ ਮਿੱਤਰ ਹੈ ਲੋਕ ਤੇ ਪਰਲੋਕ ਦਾ। ਮਿੱਤਰ ਪਿਆਰਾ ਨਾਨਕ ਜੀ ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਜੋ ਪਿਆਰਾ ਮਿੱਤਰ ਪਰਮੇਸ਼ਰ ਹੈ ਮੈਂ ਛੱਡ ਗਵਾਇਆ, ਮੈਂ ਉਸ ਨੂੰ ਛੱਡ ਦਿੱਤਾ ਹੈ। ਦੁਨਿਆਵੀ ਧੰਦਿਆਂ ਵਿੱਚ ਲੱਗ ਕੇ ਪਦਾਰਥਾਂ ਦੇ ਮੋਹ ਵਿੱਚ ਪੈ ਕੇ ਅਸੀਂ ਰੱਬ ਨੂੰ ਛੱਡ ਬੈਠੇ ਹਾਂ ਤੇ ਫਿਰ ਪਰਮਾਤਮਾ ਨੂੰ ਛੱਡਣ ਨਾਲ ਕੀ ਹੋਵੇਗਾ? ਕਹਿਣ ਲੱਗੇ ਗਵਾਇਆ। ਇਸ ਮਨੁੱਖਾ ਜਨਮ ਨੂੰ ਅਸੀਂ ਗਵਾ ਲਿਆ ਹੈ। ਇਹ ਭਾਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ, ਇਹ ਸਰੀਰ ਮਿਲਿਆ ਸੀ ਨਾ, ਪਰ ਇਹ ਪਦਾਰਥਾਂ ਵਿੱਚ ਪੈ ਕੇ ਇਸ ਮਨੁੱਖਾ ਸਰੀਰ ਨੂੰ ਗਵਾ ਲਿਆ ਹੈ। ਰੰਗ ਕਸੁੰਬਾ ਭੁੱਲੀ, ਕਿਉਂਕਿ ਕਸੁੰਬੇ ਦੇ ਰੰਗ ਵਾਂਗ ਇਹ ਜਿਹੜੇ ਦੁਨੀਆ ਦੇ ਪਦਾਰਥ ਨੇ ਖਿਨ ਭੰਗਰ ਨੇ। ਗੁਰਮੁਖੋ ਕਸੁੰਬੇ ਦਾ ਇੱਕ ਫੁੱਲ ਹੋਇਆ ਕਰਦਾ ਹੈ ਜਿਸ ਦਾ ਵੇਖਣ ਨੂੰ ਰੰਗ ਤੇ ਬੜਾ ਲਾਲ ਗੂੜਾ ਹੈ, ਪਰ ਜੇ ਉਸ ਨੂੰ ਹੱਥ ਲਾਈਏ ਤਾਂ ਉਹਦਾ ਰੰਗ ਲੈ ਜਾਂਦਾ ਹੈ। ਐਸਾ ਕੱਚਾ ਰੰਗ ਹੈ। ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜੇ ਦੁਨੀਆ ਦੇ ਪਦਾਰਥ ਵੇਖਣ ਨੂੰ ਬੜੇ ਚੰਗੇ ਲੱਗਦੇ, ਵੇਖਣ ਨੂੰ ਬੜੇ ਸੋਹਣੇ ਲੱਗਦੇ, ਬੰਦਾ ਮੋਹਿਆ ਜਾਂਦਾ ਹੈ, ਪਰ ਇਹ ਜਿਵੇਂ ਕਸੁੰਬੇ ਦਾ ਰੰਗ ਪੱਕਾ ਨਹੀਂ ਨਾ ਲੈ ਜਾਂਦਾ ਹੈ, ਐਸੇ ਤਰ੍ਹਾਂ ਇਹ ਪਦਾਰਥ ਖਿਨ ਭੰਗਰ ਨਾਸਵੰਤ ਨੇ। ਇਹ ਸਦਾ ਵਾਸਤੇ ਇੱਕ ਜਗ੍ਹਾ 'ਤੇ ਟਿਕੇ ਨਹੀਂ। ਜਿਸ ਧਰਤੀ 'ਤੇ ਆਪਾਂ ਅੱਜ ਬੈਠੇ ਹਾਂ, ਇਹ ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨਿਆਂ ਕੁ ਨੇ ਉਹ ਧਰਤੀ ਖਰੀਦੀ ਹੈ, ਸਾਡੇ ਤੋਂ ਬਾਅਦ ਵਿੱਚ ਵੀ ਪਤਾ ਨਹੀਂ ਉਸ ਧਰਤੀ ਨੂੰ ਕਿੰਨੇ ਕੁ ਖਰੀਦਣਗੇ। ਨਾ ਇਹ ਧਰਤੀ ਸਦਾ ਕੋਲ ਰਹਿਣੀ ਹੈ, ਨਾ ਪਦਾਰਥ। ਜਿਹੜਾ ਪਦਾਰਥ ਅੱਜ ਸਾਡੇ ਕੋਲ ਹੈ ਉਹ ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿਸ ਕਿਸ ਦੇ ਕੋਲ ਸੀ, ਔਰ ਸਾਡੇ ਤੋਂ ਬਾਅਦ ਵਿੱਚ ਪਤਾ ਨਹੀਂ ਕਿਹਦੇ ਕਿਹਦੇ ਕੋਲ ਹੋਵੇਗਾ। ਇਸ ਕਰਕੇ ਦੁਨੀਆ ਪਦਾਰਥ ਜਿਹੜੇ ਨੇ ਖਿਨ ਭੰਗਰ ਨਾਸਵੰਤ, ਜਿਹੜੇ ਸਦਾ ਬੰਦੇ ਦੇ ਨਾਲ ਨਹੀਂ ਰਹਿੰਦੇ ਹਨ। ਉਹ ਸੱਜਣ ਕੀ ਮੈਂ ਕੀਮ ਨਾ ਪਾਉਂਦੇ। ਉਹ ਜਿਹੜਾ ਸੱਜਣ ਹੈ ਨਾ ਲੋਕ ਪਰਲੋਕ ਦਾ ਪਰਮਾਤਮਾ, ਉਸ ਦੀ ਮੈਂ ਕੀਮਤ ਨੂੰ ਜਾਣਿਆ ਹੀ ਨਹੀਂ ਹੈ ਵੀ ਉਹ ਕੀ ਹੈ। ਮੈਂ ਤੇ ਐਵੇਂ ਨਾਸਵੰਤ ਪਦਾਰਥਾਂ ਨੂੰ ਇੱਕ ਪਾਸੇ ਰੱਖ ਦਿੱਤਾ ਹੈ, ਦੂਸਰੇ ਪੱਲੇ ਵਿੱਚ ਪਰਮਾਤਮਾ ਨੂੰ ਪਾ ਲਿਆ। ਮੈਂ ਪਦਾਰਥਾਂ ਦੇ ਨਾਲ ਪਰਮਾਤਮਾ ਨੂੰ ਤੋਲਦਾ ਪਿਆ ਹਾਂ, ਪਰ ਅਸਲ ਦੇ ਵਿੱਚ ਉਸ ਪਰਮਾਤਮਾ ਦੀ ਮੈਂ ਕੀਮਤ ਜਾਣੀ ਨਹੀਂ ਹੈ। ਉਹ ਤੁਧ ਬਿਨ ਅੱਡ ਨਾ ਲਹਿੰਦੀ, ਪਰ ਹੇ ਪਰਮਾਤਮਾ ਤੇਰੇ ਬਿਨਾ ਅੱਡ ਨਾਮ ਹੈ ਗੁਰਮੁਖੋ ਅੱਡੀ ਕੌੜੀ ਦਾ। ਸੋ ਕਿਸੇ ਸਮੇਂ ਇਹ ਮਾਇਆ ਦੀ ਗਿਣਤੀ ਉਸ ਵੇਲੇ ਹੋਇਆ ਕਰਦੀ ਸੀ, ਜਿਸ ਨੂੰ ਕਿਹਾ ਜਾਂਦਾ ਹੈ ਧੇਲਾ ਕੌਡੀ ਵਗੈਰਾ। ਇੱਥੇ ਚਲੋ ਇਹ ਨਾ ਇਹ ਕਰੰਸੀ ਚੱਲਦੀ ਹੈ, ਨਾ ਇਹਨਾਂ ਦੀ ਕੋਈ ਕੀਮਤ ਰਹਿ ਗਈ ਹੈ, ਪਰ ਸਭ ਤੋਂ ਛੋਟੀ ਜਿਹੜੀ ਕਰੰਸੀ ਆਪਾਂ ਕਹਿ ਲਈਏ, ਛੋਟਾ ਪੈਸਾ ਕੌਡੀ ਮੰਨਿਆ ਜਾਂਦਾ, ਜੋ ਸਮੁੰਦਰ ਇਤਿਹਾਦਕ ਦੇ ਵਿੱਚੋਂ ਕੌਡੀਆਂ ਪ੍ਰਾਪਤ ਹੋ ਜਾਇਆ ਕਰਦੀਆਂ। ਸੋ ਇੱਥੇ ਬਚਨ ਆ ਗਿਆ, ਕਹਿਣ ਲੱਗੇ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰਾ ਮੁੱਲ ਤੇ ਅੱਧੀ ਕੌਡੀ ਵੀ ਨਹੀਂ ਹੈ। ਪੂਰੀ ਕੌਡੀ ਤੇ ਛੱਡੋ, ਪੂਰੀ ਕੌਡੀ ਦਾ ਵੀ ਚਲੋ ਮੁੱਲ ਨਹੀਂ ਹੈ, ਪਰ ਮੇਰੀ ਤੇ ਐਸੀ ਹਾਲਤ ਹੈ ਕਿ ਮੈਂ ਤੇ ਅੱਧੀ ਕੌਡੀ ਜੋਗਾ ਵੀ ਨਹੀਂ ਹਾਂ। ਐਸੀ ਮੇਰੀ ਹਾਲਤ ਬਣ ਗਈ ਹੈ। ਸੱਸ ਵਿਰਾਇਨ ਨਾਨਕ ਜੀਓ। ਗੁਰਮੁਖੋ ਸੰਸਾਰੀ ਰਿਸ਼ਤੇ ਹੁੰਦੇ ਨਾ, ਲੜਕੀ ਵਿਆਹੀ ਜਾਵੇ, ਸਹੁਰੇ ਘਰ ਚਲੇ ਜਾਵੇ, ਸਹੁਰਾ ਹੈ, ਸੱਸ ਹੈ, ਦਰਾਣੀਆਂ ਜਠਾਣੀਆਂ, ਦਿਓਰ ਜੇਠ ਵਗੈਰਾ ਹੋਇਆ ਕਰਦੇ। ਉਹਦੇ ਵਿੱਚੋਂ ਕੁਝ ਮੈਂਬਰ ਐਸੇ ਨੇ ਜਿਹੜੇ ਦੁੱਖ, ਜਿਨ੍ਹਾਂ ਦਾ ਕੰਮ ਹਰ ਵੇਲੇ ਦੁੱਖ ਦੇਣਾ ਹੈ। ਸੋ ਮਹਾਰਾਜ ਉਹ ਇੱਕ ਉਦਾਹਰਨ ਦਿੰਦੇ ਪਏ, ਕਹਿਣ ਲੱਗੇ ਹੈ ਪਰਮਾਤਮਾ ਕਿ ਜੋ ਅਵਿਦਿਆ ਰੂਪੀ ਸੱਸ ਹੈ, ਸੋ ਜਿਵੇਂ ਸੱਸ ਤੇ ਨਹੁੰ ਦਾ ਝਗੜਾ ਬਣਿਆ ਰਹਿੰਦਾ ਨਿੱਕੀ ਨਿੱਕੀ ਗੱਲ ਤੋਂ, ਐਸੇ ਤਰ੍ਹਾਂ ਮਹਾਰਾਜ ਜਿਹੜੀ ਅਵਿਦਿਆ ਹੈ, ਨਾ ਸਮਝੀ ਹੈ, ਇਹ ਸੱਸ ਦੇ ਵਾਂਗ ਭਾਰੀ ਦੁੱਖ ਦੇਣ ਵਾਲੀ ਹੈ। ਸਸੁਰਾਵਾਦੀ ਅਤੇ ਸੱਸ ਵਰਾਇਣ, ਵਰਾਇਣ ਤੋਂ ਭਾਵ ਹੈ ਗੁਰਮੁਖੋ ਵੈਰਨ ਹੈ। ਇਹ ਵਿਦਿਆ ਰੂਪੀ ਸੱਸ ਮੇਰੀ ਵੈਰਨ ਹੈ। ਅਤੇ ਸਸੁਰਾਵਾਦੀ ਜਿਹੜਾ ਸਹੁਰਾ ਹੈ, ਇਹ ਵਾਦੀ ਕਹੀਏ ਝਗੜਾਲੂ ਹੈ, ਸਹੁਰਾ ਵੀ ਝਗੜਾ ਕਰਦਾ ਹੈ। ਸਹੁਰਾ ਕੀ ਹੈ? ਅਗਿਆਨ, ਅਗਿਆਨ ਦੇ ਵਿੱਚ ਪੈ ਕੇ। ਸੋ ਇਹ ਅਗਿਆਨ ਰੂਪੀ ਜਿਹੜਾ ਸਹੁਰਾ ਹੈ, ਇਹ ਵੀ ਵਾਦੀ ਕਹੀਏ ਝਗੜਾ ਕਰਨ ਵਾਲਾ ਹੈ। ਅਤੇ ਇਸੇ ਤਰ੍ਹਾਂ ਜੇਠੋ ਨਾਮ ਹੈ ਜੇਠ ਦਾ। ਜੇਠ ਕੌਣ ਹੈ? ਗੁਰਮੁਖੋ ਧਰਮ ਰਾਜਾ। ਪਾਤਸ਼ਾਹ ਕਹਿਣ ਲੱਗੇ ਭਾਈ ਉਹ ਜਿਹੜਾ ਧਰਮ ਰਾਜਾ ਰੂਪੀ ਜੇਠ ਹੈ ਨਾ, ਪੌ ਪੌ ਲੂਹੈ, ਪਾ ਪਾ ਕੇ ਨਾ ਤੈਨੂੰ ਨਰਕਾਂ ਦੀ ਅੱਗ ਵਿੱਚ ਲੂਹੇ ਕਹੀਏ ਸਾੜੇਗਾ। ਜੇ ਤੂੰ ਅਵਿਦਿਆ ਰੂਪੀ ਸੱਸ ਦੇ ਨਾਲ ਹਰ ਵੇਲੇ ਜੰਗ ਕਰਦਾ ਰਿਹਾ, ਅਵਿਦਿਆ ਵਿੱਚ ਪਿਆ ਰਿਹਾ, ਅਗਿਆਨਤਾ ਰੂਪੀ ਸਹੁਰੇ ਵਿੱਚ ਲੱਗਾ ਰਿਹਾ, ਤੇ ਪਾਤਸ਼ਾਹ ਕਹਿਣ ਲੱਗੇ ਜਿਹੜਾ ਜੇਠ ਹੈ ਨਾ ਧਰਮ ਰਾਜਾ,
ਇਹ ਤੈਨੂੰ ਪਾ ਪਾ ਕੇ ਨਰਕਾਂ ਦੀ ਅੱਗ ਵਿੱਚ ਲੂਹੇਗਾ, ਸਾੜੇਗਾ। ਇਸ ਕਰਕੇ ਅਵਿਦਿਆ ਦੂਰ ਕਰ ਗੁਰੂ ਦੇ ਗਿਆਨ ਦੇ ਨਾਲ, ਅਗਿਆਨ ਨੂੰ ਦੂਰ ਕਰ ਗੁਰੂ ਦੇ ਗਿਆਨ ਦੇ ਨਾਲ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਗੁਰੂ ਦਾ ਗਿਆਨ ਲੈ ਕੇ ਅਗਿਆਨਤਾ ਨੂੰ ਦੂਰ ਕਰੇਗਾ ਤੇ ਤੇਰਾ ਬਚਾਅ ਹੋ ਸਕਦਾ ਹੈ। ਨਹੀਂ ਤੇ ਇਸ ਅਗਿਆਨਤਾ ਨੇ, ਇਸ ਅਵਿਦਿਆ ਨੇ, ਬੇਸਮਝੀ ਨੇ ਤੈਨੂੰ ਨਰਕਾਂ ਦੀ ਅੱਗ ਵਿੱਚ ਪਾ ਦੇਣਾ ਹੈ। ਭਸ ਪਣਿੰਦੇ ਵਤਨ ਜਾਂ ਮੈਂ ਸੱਜਣ ਤੂੰ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਐ, ਪ੍ਰਮਾਤਮਾ ਜੇ ਤੂੰ ਮੇਰਾ ਸੱਜਣ ਬਣ ਜਾਵੇ। ਇਹ ਜਿੰਨੇ ਉੱਪਰ ਗਿਣੇ ਹੋਏ ਸੰਬੰਧੀ ਨੇ ਨਾ, ਭਾਵੇਂ ਸੱਸ ਹੈ, ਸਹੁਰਾ ਹੈ ਤੇ ਭਾਵੇਂ ਜੇਠ ਹੈ, ਇਹ ਦੁਨਿਆਵੀ ਰਿਸ਼ਤੇ ਨੇ। ਇਹਦੇ ਤੋਂ ਆਪਾਂ ਲੈ ਲੈਣਾ ਅਵਿਦਿਆ ਹੈ, ਅਗਿਆਨ ਹੈ ਅਤੇ ਧਰਮ ਰਾਜਾ ਹੈ। ਇਹ ਜਿੰਨੇ ਵੀ ਉੱਪਰ ਗਿਣੇ ਹਨ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆ, ਪਰਮਾਤਮਾ ਜੇ ਤੂੰ ਮੇਰਾ ਮਿੱਤਰ ਬਣ ਜਾਵੇ ਨਾ, ਜੇ ਤੂੰ ਮਿੱਤਰ ਅਸਾਡੜਾ, ਜੇ ਤੂੰ ਸਾਡਾ ਮਿੱਤਰ ਬਣ ਜਾਵੇ। ਹੱਬੇ ਭੁਅਸ ਪੁਨੰਦੇ, ਸੋ ਹੱਬੇ ਤੋਂ ਭਾਵ ਹੈ ਗੁਰਮੁਖੋ ਇਹ ਸਾਰੇ ਹੀ ਜਿੰਨੇ ਹਨ, ਇਹ ਭਸ ਪੁਨੰਦੇ ਵਤਨ, ਇਹ ਸਾਰੇ ਮੇਰੇ ਵੱਲੋਂ ਸਵਾਹ ਰੂਪ ਹੋ ਜਾਣ। ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ, ਮੈਨੂੰ ਇਹਨਾਂ ਦੀ ਕੋਈ ਫਿਕਰ ਨਹੀਂ ਹੈ। ਭਾਵੇਂ ਘਰ ਦੇ ਵਿੱਚ ਸੱਸ ਸਹੁਰਾ ਝਗੜਾ ਕਰਨ ਵਾਲੇ, ਜੇਠ ਝਗੜਾ ਕਰਨ ਵਾਲਾ, ਪਰ ਜੇ ਪਤੀ ਸਾਥ ਹੈ ਪਤਨੀ ਦੇ ਤੇ ਉਹ ਫਿਰ ਦੂਜਿਆਂ ਦੀ ਪਰਵਾਹ ਨਹੀਂ ਕਰਦੀ ਹੈ। ਐਸੇ ਤਰ੍ਹਾਂ ਇਹ ਪ੍ਰਮਾਤਮਾ ਤੂੰ ਮੇਰਾ ਪਤੀ ਹੈ, ਜੇ ਤੂੰ ਮੇਰੇ ਨਾਲ ਹੈ, ਤੇਰੀ ਮੇਰੇ ਉੱਪਰ ਕਿਰਪਾ ਹੋਵੇ। ਇਹ ਜਿਹੜਾ ਧਰਮ ਰਾਜਾ ਹੈ, ਇਹ ਜੋ ਅਗਿਆਨ ਹੈ, ਇਹ ਜੋ ਅਵਿਦਿਆ ਹੈ, ਇਹ ਮੇਰਾ ਕੁਝ ਵਿਗਾੜ ਨਹੀਂ ਸਕਦੇ। ਜਿੰਨੀ ਮਰਜ਼ੀ ਇਹ ਸਵਾਹ ਛਾਣਦੇ ਫਿਰਨ, ਇਹਨਾਂ ਦੇ ਸਵਾਹ ਛਾਣਨ ਨਾਲ ਕੁਝ ਨਹੀਂ ਹੋਣਾ ਹੈ, ਕਿਉਂਕਿ ਉਹ ਪਤੀ ਰੂਪ ਪਰਮਾਤਮਾ ਮੇਰੇ ਨਾਲ ਹੈ। ਜਿਸ ਤੋਂ ਉਠਾ ਚਿੱਤ ਤਿਸ ਦਰਦ ਨਿਵਾਰਣੋ, ਜਿਸ ਦੇ ਚਿੱਤ ਦੇ ਵਿੱਚ ਪਰਮਾਤਮਾ ਤੂੰ ਵਸਿਆ ਹੈ, ਉਠਾ ਤੋਂ ਭਾਵ ਵਸ ਜਾਣਾ, ਜਿਹਦੇ ਚਿੱਤ ਵਿੱਚ ਤੂੰ ਵਸ ਗਿਆ ਹੈ, ਦਰਦ ਨਿਵਾਰਣੋ, ਉਸ ਦੇ ਸਾਰੇ ਦਰਦ ਦੁੱਖ ਸੰਕਟ ਆਪ ਦੂਰ ਕਰ ਦਿੰਦੇ ਹੋ। ਜਿਸ ਤੋਂ ਉਠਾ ਚਿੱਤ ਤਿਸ ਕਦੇ ਨ ਹਾਰਨੋ, ਜਿਸ ਦੇ ਚਿੱਤ ਵਿੱਚ ਆਪ ਜੀ ਵਸ ਜਾਂਦੇ ਹੋ, ਉਹ ਫਿਰ ਕਦੇ ਵੀ ਦੁਨੀਆ ਤੋਂ, ਸੰਸਾਰ ਤੋਂ ਹਾਰਦਾ ਨਹੀਂ ਹੈ। ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ, ਜਿਸ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਸਰ ਪਰ ਪਈਏ ਜ਼ਰੂਰ ਬਰ ਜ਼ਰੂਰ ਉਸ ਦਾ ਤਰਨਾ ਹੁੰਦਾ ਹੈ। ਜਿਸ ਨੂੰ ਗੁਰੂ ਪੂਰਾ ਮਿਲ ਗਿਆ ਨਾ ਗੁਰਮੁਖੋ, ਉਹ ਜ਼ਰੂਰ ਬਰ ਜ਼ਰੂਰ ਪੂਰਾ ਗੁਰੂ ਉਸ ਨੂੰ ਸੰਸਾਰ ਤੋਂ ਤਾਰ ਦਿੰਦਾ ਹੈ। ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ, ਜਿਸ ਨੂੰ ਉਸ ਨੇ ਆਪਣੇ ਸੱਚ ਨਾਮ ਦੇ ਵਿੱਚ ਲਾ ਦਿੱਤਾ ਹੈ, ਉਹ ਫਿਰ ਗੁਰਮੁਖ ਜਿਹੜੇ ਨੇ ਉਸ ਦੇ ਸੱਚੇ ਨਾਮ ਨੂੰ ਸੰਭਾਲਣੋਂ ਕਹੀਏ ਯਾਦ ਕਰਦੇ, ਸੰਭਾਲਣਾ ਕਰਦੇ ਹਨ। ਜਿਸ ਆਇਆ ਹੱਥ ਨਿਧਾਨ ਸੋ ਰਹਾ ਪਾਲਣੋ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਜਿਸ ਦੇ ਹੱਥ ਵਿੱਚ ਨਾਮ ਰੂਪੀ ਖਜ਼ਾਨਾ ਆਇਆ ਹੈ, ਜਿਸ ਆਇਆ ਹੱਥ ਨਿਧਾਨ, ਜਿਸ ਦੇ ਮਨ ਰੂਪੀ ਹੱਥ ਵਿੱਚ ਨਾਮ ਰੂਪੀ ਖਜ਼ਾਨਾ ਆਇਆ ਹੈ, ਸੋ ਰਹਿਆ ਭਾਲਣੋ, ਉਹ ਪ੍ਰਤੱਖ ਪਦਾਰਥਾਂ ਨੂੰ ਭਾਲਣ ਤੋਂ ਰਹਿ ਗਿਆ ਹੈ। ਜਿਵੇਂ ਅਸੀਂ ਹਰ ਵੇਲੇ ਵਸਤੂਆਂ ਲੱਭਦੇ ਰਹਿੰਦੇ ਹਾਂ ਨਾ, ਇੱਥੋਂ ਆ ਮਿਲ ਜਾਵੇ, ਇੱਥੋਂ ਆ ਮਿਲ ਜਾਵੇ, ਅਸੀਂ ਹਰ ਵੇਲੇ ਕਿਸੇ ਨਾ ਕਿਸੇ ਚੀਜ਼ ਦੀ ਭਾਲ ਵਿੱਚ ਰਹਿੰਦੇ ਹਾਂ। ਪਰ ਕਹਿਣ ਲੱਗੇ, ਭਾਈ ਜਿਨ੍ਹਾਂ ਨੂੰ ਨਾਮ ਰੂਪੀ ਖਜ਼ਾਨਾ ਪ੍ਰਾਪਤ ਹੋ ਗਿਆ ਨਾ, ਉਹ ਫਿਰ ਦੁਨੀਆ ਦੇ ਪਦਾਰਥ ਨੂੰ ਭਾਲਣ ਤੋਂ ਰਹਿ ਜਾਂਦਾ ਹੈ, ਕਿਸੇ ਵੀ ਪਦਾਰਥ ਨੂੰ ਲੱਭਣ ਦਾ ਯਤਨ ਨਹੀਂ ਕਰਦਾ ਹੈ। ਜਿਸਨੂੰ ਇੱਕੋ ਰੰਗ ਭਗਤ ਸੋ ਜਾਣਣੋ, ਭਗਤ ਉਸ ਨੂੰ ਜਾਣਨਾ ਕਰੋ ਜਿਸ ਨੂੰ ਇੱਕ ਪ੍ਰਮਾਤਮਾ ਦਾ ਰੰਗ ਚੜ੍ਹਿਆ ਹੈ। ਦੁਨੀਆਦਾਰੀ ਵਿੱਚ ਕੋਈ ਨੰਗੇ ਪੈਰ ਤੁਰਦਾ ਵੇਖ ਲਈਏ ਆਪਾਂ ਆਖਦੇ ਤੇ ਭਗਤ ਹੈ, ਸੋ ਜਿਸ ਦੀ ਬਿਰਤੀ ਸੁਰਤੀ ਕੰਮ ਨਾ ਕਰੇ ਆਖਦੇ ਤੇ ਭੋਲਾ ਰੱਬ ਦਾ ਭਗਤ ਹੈ, ਉਸ ਨੂੰ ਭਗਤ ਨਹੀਂ ਕਿਹਾ ਜਾਂਦਾ ਹੈ। ਅਸਲ ਵਿੱਚ ਭਗਤ ਉਹ ਹੈ ਜਿਸ ਨੂੰ ਇੱਕ ਰੰਗ, ਜਿਸ ਨੂੰ ਇੱਕ ਪਰਮਾਤਮਾ ਨਾਲ ਪ੍ਰੇਮ ਲੱਗਾ ਹੈ ਨਾ ਭਾਈ, ਉਹ ਅਸਲੀ ਭਗਤ ਆਖਿਆ ਜਾਂਦਾ ਹੈ। ਉਹ ਸਭਨਾ ਕੀ ਰੇਣ ਬਿਰਹੀ ਚਾਰਣੋ, ਤੇ ਸਤਿਗੁਰੂ ਕਹਿਣ ਲੱਗੇ, ਉਹ ਜਿਹੜਾ ਗੁਰਮੁਖ ਹੈ ਨਾ, ਉਹ ਸਾਰਿਆਂ ਦੀ ਫਿਰ ਚਰਨਾਂ ਦੀ ਧੂੜ ਬਣ ਜਾਂਦਾ ਹੈ। ਸੋ ਜਿਸ ਨੂੰ ਪ੍ਰਮਾਤਮਾ ਨਾਲ ਪ੍ਰੇਮ ਬਣਿਆ ਹੈ, ਉਹ ਗੁਰਮੁਖ ਫਿਰ ਸਾਰਿਆਂ ਦੀ ਚਰਨਾਂ ਦੀ ਧੂੜ ਹੋਇਆ ਹੈ। ਤੇ ਸਤਿਗੁਰੂ ਪਾਤਸ਼ਾਹ ਜੋ ਸਾਰਿਆਂ ਦਾ ਚਰਨਾਂ ਦੀ ਧੂੜ ਹੋਇਆ ਹੈ, ਉਹ ਬਿਰਹੀ ਹੈ, ਉਹ ਤੁਹਾਡਾ ਪ੍ਰੇਮੀ ਹੈ। ਸੋ ਐਸੇ ਚਾਰਨੋਂ ਉਹਦੇ ਸ੍ਰੇਸ਼ਟ ਕਰਤੱਵ ਹਨ। ਸਭ ਤੇਰੇ ਚੋੜ ਵਿਡਾਨ ਸਭ ਤੇਰਾ ਕਾਰਨ। ਸਤਿਗੁਰੂ ਪਾਤਸ਼ਾਹ ਜੀ ਇਹ ਆਪ ਜੀ ਦੇ ਚੋਜ ਜਿਹੜੇ ਕੌਤਕ ਨੇ, ਵਡਾਰਨੋਂ ਕਹੀਏ ਬੜੇ ਹੈਰਾਨ ਕਰਨ ਵਾਲੇ,
ਬੜੇ ਅਚਰਜ ਰੂਪ ਹਨ ਆਪ ਜੀ ਦੇ ਕੀਤੇ ਹੋਏ ਜਿਹੜੇ ਕੌਤਕ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਭ ਤੇਰੇ ਚੋਜ, ਚੋਜ ਕਹੀਏ ਕੌਤਕ, ਵਿਡਾਨ ਕਹੀਏ ਹੈਰਾਨ ਕਰਨ ਵਾਲੇ। ਸੋ ਪਾਤਸ਼ਾਹ ਫਰਮਾਉਂਦੇ ਸਭ ਤੇਰਾ ਕਾਰਣੋ, ਇਹ ਜਿਹੜਾ ਕਾਰਨ ਰੂਪ ਸੰਸਾਰ ਹੈ ਇਹ ਸਾਰਾ ਆਪ ਜੀ ਨੇ ਪੈਦਾ ਕੀਤਾ ਹੈ। ਸ਼ਲੋਕ ਮਹੱਲਾ ਪੰਜਵਾ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਜਾਈ, ਛੋੜਿਆ ਹੱਬ ਕਿਸ ਤਿਆਗੀ। ਸਤਿਗੁਰੂ ਬਖਸ਼ਿਸ਼ ਕਰਦੇ ਸੋ ਕਹਿਣ ਲੱਗੇ ਐ ਸਤਿਗੁਰੂ ਜੀ ਉਸਤਤ ਨਿੰਦਾ, ਇਹ ਜਿਹੜੀ ਦੁਨੀਆ ਦੀ ਉਸਤਤ ਕਰਨੀ ਹੈ, ਝੂਠੀ ਤਾਰੀਫ ਖੁਸ਼ਾਮਦ ਕਰੀ ਜਾਣੀ, ਹਰ ਵੇਲੇ ਚਾਪਲੂਸੀ ਕਰੀ ਜਾਣੀ, ਇਹ ਦੁਨੀਆ ਦੀ ਉਸਤਤ ਛੱਡ ਦਿੱਤੀ ਹੈ। ਨਿੰਦਿਆ ਕਰੀ ਜਾਣੀ, ਕਿਸੇ ਨੂੰ ਮਾੜਾ ਕਹੀ ਜਾਣਾ, ਇਹ ਵੀ ਛੱਡ ਦਿੱਤਾ ਹੈ। ਉਸਤਤ ਨਿੰਦਾ, ਮੈਂ ਆਪਣੇ ਦਿਲ ਵਿੱਚੋਂ ਉਸਤਤ ਕਰਨੀ, ਨਿੰਦਿਆ ਕਰਨੀ, ਹੱਬ ਵੰਜਾਈ, ਇਹ ਸਭ ਕੁਝ ਦੂਰ ਕਰ ਦਿੱਤਾ ਹੈ। ਕਿਸੇ ਵੀ ਚੀਜ਼ ਨੂੰ ਮੈਂ ਕਰਦਾ ਨਹੀਂ, ਮੈਂ ਦੁਨੀਆ ਦੀ ਉਸਤਤ ਨਹੀਂ ਕਰਦਾ ਹਾਂ, ਮੈਂ ਉਸਤਤ ਕਰਦਾ ਹਾਂ ਉਸਤਤ ਪ੍ਰਭ ਕੀ, ਪਰਮਾਤਮਾ ਦੀ ਉਸਤਤ ਕਰਦਾ ਹਾਂ। ਉਸਤਤ ਮਨ ਮੈਂ ਕਾ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਸੋ ਮੈਂ ਦੁਨੀਆ ਦੀ ਉਸਤਤ ਛੱਡ ਕੇ ਪਰਮਾਤਮਾ ਤੇਰੀ ਕਰਦਾ ਪਿਆ। ਇਹ ਨਿੰਦਿਆ ਜਿਹੜੀ ਹੈ ਹੱਬ ਵੰਜਾਈ, ਇਸ ਨੂੰ ਵੀ ਦੂਰ ਕਰ ਦਿੱਤਾ ਹੈ। ਹੱਬ ਕਿਜ ਤਿਆਗੀ, ਅਤੇ ਇਸੇ ਤਰ੍ਹਾਂ ਹੱਬ ਕਹੀਏ ਜਿਹੜੇ ਹੋਰ ਸੰਸਾਰਕ ਕਾਰਜ ਹਨ ਉਹਨਾਂ ਨੂੰ ਵੀ ਤਿਆਗੀ ਕਹੀਏ ਛੱਡ ਦਿੱਤਾ ਹੈ। ਹੋਰ ਵੀ ਜਿਹੜੇ ਔਗਣ ਨੇ ਸੰਸਾਰੀ, ਉਹਨਾਂ ਸਾਰਿਆਂ ਦਾ ਤਿਆਗ ਕੀਤਾ ਹੈ। ਹੱਬੇ ਸਾਗ ਕੁੜਾਵੇ ਡਿਠੇ, ਸਤਿਗੁਰੂ ਦੁਨਿਆਵੀ ਸਾਰੇ ਸਾਗ ਕੁੜਾਵੇ ਝੂਠੇ ਨੇ। ਭਾਵੇਂ ਕੋਈ ਭੈਣ ਭਰਾ ਹੈ, ਕੋਈ ਪੁੱਤਰ ਹੈ, ਕੋਈ ਧੀ ਹੈ, ਕੋਈ ਮਾਤਾ ਪਿਤਾ ਹਨ, ਇਹ ਸਾਰੇ ਸੰਸਾਰੀ ਜਿਹੜੇ ਸਾਕ ਨੇ ਉਹ ਕੁੜਾਵੇ ਝੂਠੇ ਵੇਖੇ ਜਾਂਦੇ ਹਨ। ਓ ਪੱਲੇ ਤੁਹਾਡੇ ਲਾਗੀ, ਤਾਂ ਮੈਂ ਆਪ ਜੀ ਦੇ ਨਾਮ ਰੂਪੀ ਪੱਲੇ ਦੇ ਨਾਲ ਲੱਗੀ ਹਾਂ। ਸੋ ਜਿਸ ਵੇਲੇ ਵਿਆਹ ਹੁੰਦਾ, ਲੜਕੇ ਲੜਕੀ ਦੇ ਆਨੰਦ ਕਾਰਜ ਹੁੰਦੇ, ਉਸ ਵੇਲੇ ਇਹ ਸ਼ਬਦ ਪੜ੍ਹਿਆ ਜਾਂਦਾ ਹੈ ਕਿ ਇਹ ਜਿਹੜੇ ਮੇਰੇ ਭੈਣਾਂ ਭਰਾ ਮਾਤਾ ਪਿਤਾ ਜਿਨ੍ਹਾਂ ਦੇ ਘਰ ਵਿੱਚ ਜਨਮ ਹੋਇਆ ਹੈ, ਸੋ ਇਹ ਸਾਰੇ ਹੱਬੇ ਸਾਗ ਕੁੜਾਵੇ, ਇਹ ਸਾਰੇ ਝੂਠੇ ਸਾਗ ਹਨ। ਕਿਉਂਕਿ ਇੱਕ ਨਾ ਇੱਕ ਦਿਨ ਲੜਕੀ ਨੂੰ ਉਸ ਨੂੰ ਪਤੀ ਦੇ ਘਰ ਜਾਣਾ ਪੈਂਦਾ ਹੈ, ਫਿਰ ਦੁੱਖ ਸੁੱਖ ਉਸ ਦਾ ਪਤੀ ਦੇ ਘਰ ਵਿੱਚ ਹੀ ਹੈ। ਸੋ ਸੰਸਾਰੀ ਰਿਸ਼ਤੇ ਤੇ ਫਿਰ ਕੇਵਲ ਕੁਝ ਲੋਕ ਪਰੰਪਰਾ ਕਰਕੇ ਹੀ ਰਹਿ ਜਾਂਦੇ ਹਨ। ਸੋ ਉਹ ਦੁੱਖ ਸੁੱਖ ਜਿਹੜਾ ਆਪਣੇ ਸਰੀਰ 'ਤੇ ਉਸ ਨੂੰ ਸਿਰ 'ਤੇ ਹੀ ਝੱਲਣਾ ਪੈਂਦਾ ਹੈ। ਇਸ ਕਰਕੇ ਬਚਨ ਹੈ ਵੀ ਦੁਨਿਆਵੀ ਰਿਸ਼ਤੇ ਸਾਰੇ ਝੂਠੇ ਨਾਸਵੰਤ, ਤਾਂ ਮੈਂ ਪਤੀ ਹੈ ਤੇਰੇ ਪੱਲੇ ਦੇ ਨਾਲ ਲੱਗੀ ਹਾਂ। ਇੱਥੇ ਪਤੀ ਕੌਣ ਹੈ? ਪਰਮਾਤਮਾ। ਇਹ ਪਰਮਾਤਮਾ ਤੇਰੇ ਨਾਮ ਦਾ ਪੱਲਾ ਫੜਿਆ ਹੈ, ਕਿਉਂਕਿ ਸੰਸਾਰੀ ਰਿਸ਼ਤੇ ਝੂਠੇ ਹਨ। ਮਹੱਲਾ ਪੰਜਵਾ। ਫਿਰਦੀ ਫਿਰਦੀ ਨਾਨਕ ਜੀਓ, ਹਉ ਫਾਵੇ ਥੀ ਬਹੁਤ ਦਿਸਾਵਰ ਪੰਦਾ। ਸਤਿਗੁਰੂ ਜੀ ਫਿਰਦੀ ਫਿਰਦੀ 84 ਲੱਖ ਜੂਨਾਂ ਵਿੱਚ ਫਿਰਦਿਆਂ ਫਿਰਦਿਆਂ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਮਹਾਰਾਜ ਦੇ ਬਚਨ। ਇਹ 84 ਲੱਖ ਜੂਨਾਂ ਵਿੱਚ ਫਿਰਦਿਆਂ ਫਿਰਦਿਆਂ ਪਾਤਸ਼ਾਹ ਕਹਿਣ ਲੱਗੇ ਫਾਵੀ ਥੀ, ਫਾਵੀ ਤੋਂ ਭਾਵ ਹੈ ਮੈਂ ਛਿੱਬੀ ਹੋ ਗਈ, ਵਿਆਕੁਲ ਹੋ ਗਈ ਹਾਂ। ਬਹੁਤ ਦਸੰਤਰ ਪੰਥਾ, ਬੜੇ ਦਸਾਂਤਰਾਂ ਦੇ ਵਿੱਚ, ਬੜਾ ਰਸਤਿਆਂ ਦੇ ਵਿੱਚ ਫਿਰਨਾ ਪਿਆ। ਕਦੇ ਕਿਸ ਦੇਸ਼ ਵਿੱਚ ਜਨਮ ਮਿਲਿਆ, ਕਦੇ ਕਿਸ ਰਾਹ ਦੇ ਉੱਪਰ ਸਫ਼ਰ ਮਿਲਿਆ ਹੈ। ਦੁਨੀਆ ਵਿੱਚ ਸਫ਼ਰ ਕਰਦਿਆਂ, ਦੇਸਾਂ ਵਿਦੇਸਾਂ ਵਿੱਚ ਜਨਮ ਲੈਂਦਿਆਂ ਮਹਾਰਾਜ 84 ਲੱਖ ਜੂਨਾਂ ਵਿੱਚ ਫਿਰਦਿਆਂ ਫਿਰਦਿਆਂ ਮਹਾਰਾਜ ਜੀਓ ਹੀਓ ਫਾਵੀ ਥੀ, ਮੈਂ ਬੜੀ ਵਿਆਕੁਲ ਹੋ ਗਈ ਹਾਂ, ਮੈਂ ਬੜੀ ਦੁਖੀ ਹੋ ਗਈ ਹਾਂ। ਤਾਹੋਂ ਸੁਖ ਸੁਖਾਲੀ ਸੁੱਤੀ। ਸਤਿਗੁਰੂ ਪਾਤਸ਼ਾਹ ਜੀ ਜਿਸ ਵੇਲੇ ਆਪ ਜੀ ਦੀ ਪ੍ਰਾਪਤੀ ਹੋਈ ਨਾ, ਉਸ ਵੇਲੇ ਸੁੱਖਾਂ ਦੇ ਸਮੇਤ ਸੋਹਣਾ ਕੀਤਾ ਹੈ। ਜਾਂ ਗੁਰ ਮਿਲ ਸੱਜਣ ਮੈਂ ਲੱਦਾ। ਜਿਸ ਵੇਲੇ ਪੂਰਿਆਂ ਗੁਰਾਂ ਨੂੰ ਮਿਲ ਕੇ ਜੋ ਸੱਜਣ ਹੈ ਲੋਕ ਤੇ ਪਰਲੋਕ ਦਾ ਪਰਮਾਤਮਾ, ਜਿਸ ਵੇਲੇ ਲੱਦਾ ਕਹੀਏ ਉਸ ਨੂੰ ਜਾਣਿਆ ਲੱਭ ਲਿਆ ਨਾ, ਉਸ ਵੇਲੇ ਐਸੀ ਕਿਰਪਾ ਹੋਈ ਹੈ ਕਿ ਮੈਂ ਸੁੱਖਾਂ ਦੇ ਸਮੇਤ ਸੁੱਖ ਦੀ ਨੀਂਦ ਸੁੱਤੀ ਹਾਂ। ਔੜੇ ਸਭੇ ਦੁੱਖ ਸੰਤਾਪ, ਜਾਂ ਤੁਧ ਹੋ ਭੁੱਲਿਆ। ਸਤਿਗੁਰੂ ਪਾਤਸ਼ਾਹ ਜੇ ਤੁਹਾਨੂੰ ਭੁੱਲ ਜਾਈਏ ਤੁਹਾਡੇ ਨਾਮ ਨੂੰ, ਤੇ ਸਾਰੇ ਦੁੱਖ ਤੇ ਸੰਤਾਪ ਕਹੀਏ ਭਲੀ ਪ੍ਰਕਾਰ ਜਿੰਨੇ ਵੀ ਦੁੱਖ ਨੇ ਉਹ ਆ ਕੇ ਬੰਦੇ ਨੂੰ ਤਪਾਉਂਦੇ ਨੇ। ਕਿਉਂ ਤਪਾਉਂਦੇ ਨੇ? ਕਿਉਂਕਿ ਆਪ ਜੀ ਦੇ ਨਾਮ ਨੂੰ ਭੁੱਲ ਬੈਠੇ ਹਾਂ। ਸਭੇ ਦੁੱਖ ਸੰਤਾਪ ਜਾਂ ਤੁਧ ਭੁੱਲੀਐ,
ਜੇ ਆਪ ਜੀ ਦੇ ਨਾਮ ਨੂੰ ਭੁਲਾ ਦਈਏ ਸਾਰੇ ਦੁੱਖ ਤੇ ਸੰਤਾਪ ਆ ਕੇ ਲੱਗਦੇ ਹਨ। ਇਹ ਕੀਚਨ ਲੱਖੋ ਪਾਵ ਤਾਂ ਕਹੀ ਨ ਭੁੱਲਿਆ। ਜੇ ਵਿਅਕਤੀ ਲੱਖਾਂ ਯਤਨ ਕਰ ਵੀ ਲਵੇ ਕਿ ਮੈਨੂੰ ਦੁੱਖ ਨਾ ਲੱਗੇ, ਮੈਨੂੰ ਸੰਤਾਪ ਨਾ ਲੱਗੇ, ਲੱਖਾਂ ਯਤਨ ਕਰਨ ਤੋਂ ਬਾਵਜੂਦ ਵੀ ਨਾ ਭੁੱਲੀਆ ਛੁਟਕਾਰਾ ਨਹੀਂ ਹੁੰਦਾ ਹੈ। ਇਹਨਾਂ ਪਾਪਾਂ ਤੋਂ, ਦੁੱਖਾਂ ਤੋਂ, ਮੁਸੀਬਤਾਂ ਤੋਂ ਕਿੰਨੇ ਵੀ ਯਤਨ ਕਰਨ ਦੇ ਨਾਲ ਕਦੇ ਕੋਈ ਛੁੱਟਦਾ ਨਹੀਂ ਹੈ। ਜਿਸਨੋ ਵਿਸਰੈ ਨਾ ਸੋ ਨਿਰਧਨ ਕਾਂਡਿਆ। ਜਿਸ ਨੂੰ ਤੇਰਾ ਨਾਮ ਭੁੱਲ ਜਾਂਦਾ ਹੈ ਉਸ ਨੂੰ ਨਿਰਧਨ ਆਖਿਆ ਜਾਂਦਾ ਹੈ। ਉਹ ਨਿਰਧਨ ਸੰਸਾਰ ਵਿੱਚੋਂ ਧਨ ਤੋਂ, ਨਾਮ ਰੂਪੀ ਧਨ ਤੋਂ ਹੀਣੇ ਆਖੇ ਜਾਂਦੇ ਹਨ। ਜਿਸਨੋ ਵਿਸਰੇ ਨਾ ਸੋ ਜੋਨੀ ਹਾਂਡਿਆ। ਜਿਸ ਨੂੰ ਸਤਿਗੁਰੂ ਤੁਹਾਡਾ ਨਾਮ ਭੁੱਲ ਜਾਵੇ ਉਹ ਵਿਅਕਤੀ ਫਿਰ ਜੂਨੀਆਂ ਵਿੱਚ ਹਾਂਡੇ ਕਹੀਏ ਤੁਰਿਆ ਫਿਰਦਾ ਹੈ। ਜਿਹਨੂੰ ਨਾਮ ਭੁੱਲ ਗਿਆ ਹੈ ਨਾ ਉਹ ਫਿਰ ਅੱਗੇ ਜਨਮਾਂ ਦੇ ਵਿੱਚ ਤੁਰਿਆ ਫਿਰਦਾ ਹੈ। ਜਿਸ ਖਸਮ ਨ ਆਵੇ ਚਿੱਤ ਤਿਸ ਜਮ ਡੰਡ ਦੇ। ਜਿਸ ਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ ਹੈ, ਹੁਣ ਆਪਾਂ ਆਖਦੇ ਨਾ ਭਾਈ ਨਾਮ ਜਪ ਲਈਏ, ਜਪ ਲਓ, ਨਾਮ ਕਹਿਣ ਲੱਗੇ ਸਮਾਂ ਨਹੀਂ ਹੈ। ਮਹਾਰਾਜ ਕਹਿਣ ਲੱਗੇ ਭਾਈ ਠੀਕ ਹੈ, ਜਿਹੜੇ ਹੁਣ ਨਾਮ ਨਹੀਂ ਜਪਣਗੇ ਉਹਨਾਂ ਨੂੰ ਕੀ ਮਿਲੇਗਾ? 3 ਜਮ ਡੰਡ ਦੇ। ਉਹਨਾਂ ਨੂੰ ਜਮ ਜਿਹੜਾ ਹੈ ਡੰਡ ਕਹੀਏ ਫਿਰ ਦੰਡ ਦੇਵੇਗਾ, ਸਜ਼ਾ ਦੇਵੇਗਾ। ਜਿਸ ਨੂੰ ਪਰਮਾਤਮਾ ਦਾ ਨਾਮ ਭੁੱਲ ਗਿਆ, ਜਿਹਨੇ ਨਾਮ ਨਹੀਂ ਜਪਿਆ ਹੈ, ਉਹਨੂੰ ਫਿਰ ਧਰਮ ਰਾਜਾ ਜਿਹੜਾ ਬੜਾ ਭਾਰੀ ਤਾੜਨਾ ਕਰਦਾ, ਬੜੀ ਭਾਰੀ ਸਜ਼ਾ ਦਿੰਦਾ ਹੈ। ਜਿਸ ਖਸਮ ਨ ਆਵੀ ਚਿੱਤ ਰੋਗੀ ਸੇ ਗਣੇ। ਜਿਸ ਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ ਹੈ ਉਹ ਜਿਹੜੇ ਵਿਅਕਤੀ ਹਨ ਉਹ ਰੋਗੀਆਂ ਵਿੱਚ ਗਿਣੇ ਜਾਂਦੇ। ਜਿਵੇਂ ਰੋਗੀ ਬੰਦਾ ਹਰ ਵੇਲੇ ਰੋਗ ਤੋਂ ਹਾਏ ਹਾਏ ਕਰਦਾ ਰਹਿੰਦਾ ਹੈ, ਕਰਲਾਉਂਦਾ ਰਹਿੰਦਾ ਹੈ। ਜਿਹਨੂੰ ਤੇਰਾ ਨਾਮ ਨਹੀਂ ਚੇਤੇ ਆਇਆ ਹੈ ਉਹ ਇਸ ਦੁਨੀਆ ਵਿੱਚ ਵੀ ਰੋਂਦਾ ਰਹਿੰਦਾ ਹੈ। ਜਦੋਂ ਸਰੀਰ ਛੱਡ ਕੇ ਪਰਲੋਕ ਦਰਗਾਹ ਨੂੰ ਜਾਵੇਗਾ ਉੱਥੇ ਧਰਮਰਾਜ ਦੀ ਸਜ਼ਾ ਪਾ ਕੇ ਵੀ ਉੱਥੇ ਵੀ ਉਹ ਦੁਖੀ ਗਿਣੇ ਜਾਂਦੇ ਹਨ। ਜਿਸ ਖਸਮ ਨ ਆਵੀ ਚਿੱਤ ਸੋ ਖਰੋ ਹੰਕਾਰਿਆ। ਜਿਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ ਹੈ ਉਹ ਖਰੋ ਹੰਕਾਰੀ ਹੈ। ਖਰੋ ਤੋਂ ਭਾਵ ਹੈ ਕਿ ਵੱਡਾ ਹੰਕਾਰੀ ਹੈ, ਕਿਉਂਕਿ ਨਾਮ ਤਾਂ ਹੀ ਨਹੀਂ ਨਾ ਜਪਿਆ ਵੀ ਮੈਂ ਹੀ ਵੱਡਾ ਹਾਂ, ਮੈਨੂੰ ਨਾਮ ਜਪਣ ਦੀ ਕੀ ਲੋੜ ਹੈ। ਜਿਸ ਨੂੰ ਪਰਮਾਤਮਾ ਚੇਤੇ ਨਹੀਂ ਆਇਆ ਉਹ ਖਰੋ ਹੰਕਾਰੀ ਹੈ, ਵੱਡਾ ਭਾਰੀ ਹੰਕਾਰੀ ਹੈ। ਬਹੁਤ ਹੰਕਾਰ ਕਰਨ ਵਾਲਾ ਉਹਦੇ ਵਰਗਾ ਕੋਈ ਨਹੀਂ ਹੈ। ਸੋਈ ਸੁਹੇਲਾ ਜਗ ਜਿਨ ਨਾਉ ਵਿਸਾਰਿਆ। ਪਾਤਸ਼ਾਹ ਕਹਿਣ ਲੱਗੇ ਭਾਈ ਸੋਈ ਦੁਹੇਲਾ, ਦੁਹੇਲਾ ਕਹੀਏ ਦੁਖੀ, ਉਹ ਦੁਨੀਆ ਵਿੱਚ ਦੁਖੀ ਹੈ ਜਿਸ ਨੇ ਨਾਮ ਨੂੰ ਭੁਲਾ ਦਿੱਤਾ ਹੈ। ਦੁਨੀਆ ਵਿੱਚ ਦੁਖੀ ਕੌਣ ਹੈ? ਇਹ ਇੱਕ ਸਵਾਲ ਹੈ। ਉਹਦਾ ਉੱਤਰ ਇਹ ਹੈ ਸੋਈ ਦੁਹੇਲਾ ਜਗ ਜੇ ਨਾਉ ਵਿਸਾਰੀਆ। ਜਿਹਨੇ ਨਾਮ ਭੁਲਾ ਦਿੱਤਾ ਹੈ ਉਹ ਦੁਨੀਆ ਵਿੱਚ ਦੁਖੀ ਹੈ। ਦੂਜਾ ਸਵਾਲ ਇਹ ਹੈ ਦੁਨੀਆ ਵਿੱਚ ਸੁਖੀ ਕੌਣ ਹੈ? ਕਹਿਣ ਲੱਗੇ ਦੁਨੀਆ ਵਿੱਚ ਸੁਖੀ ਉਹ ਹੈ ਜਿਹਨੇ ਤੇਰੇ ਨਾਮ ਨੂੰ ਜਪਿਆ ਹੈ। ਨਾਮ ਜਪਣ ਵਾਲਾ ਦੁਨੀਆ ਵਿੱਚ ਸੁਖੀ ਹੈ, ਨਾਮ ਨੂੰ ਭੁਲਾਉਣ ਵਾਲਾ ਦੁਨੀਆ ਵਿੱਚ ਦੁਖੀ ਹੈ। ਲੋਕ ਮਹੱਲਾ ਪੰਜਵਾ ਟੈਂਡੀ ਬੰਦਸ ਮੈਂ ਕੋਈ ਨਾ ਡਿਠਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗਿਆ ਪਰਮਾਤਮਾ ਟੈਂਡੀ ਤੋਂ ਭਾਵ ਹੈ ਤੇਰੇ ਵਰਗਾ, ਤੇਰੇ ਵਰਗਾ। ਬੰਦਸ ਤੋਂ ਭਾਵ ਹੈ ਗੁਰਮੁਖੋ ਸਦਰਸ਼, ਵੀ ਤੇਰੇ ਵਰਗਾ ਪਰਮਾਤਮਾ ਮੈਂ ਕੋਈ ਵੇਖਿਆ ਹੀ ਨਹੀਂ ਹੈ। ਸੋ ਟੈਂਡੀ ਬੰਦਸ ਮੈਂ ਕੋਈ ਨਾ ਡਿਠਾ, ਤੇਰੇ ਵਰਗਾ ਮੈਂ ਇਸ ਸੰਸਾਰ ਦੇ ਵਿੱਚ ਪਰਮਾਤਮਾ ਕੋਈ ਨਹੀਂ ਵੇਖਿਆ ਹੈ, ਕੋਈ ਹੈ ਹੀ ਨਹੀਂ ਤੇਰੇ ਵਰਗਾ। ਦੁਨੀਆ ਦੇ ਲੋਕ ਸੁੱਖ ਮਿਲਦਾ ਤੇ ਮਿੱਤਰ ਬਣ ਗਿਆ, ਕੋਲ ਬੈਠ ਗਏ, ਦੁੱਖ ਮਿਲਦਾ ਛੱਡ ਕੇ ਪਰੇ ਹੋ ਗਏ। ਪਰਮਾਤਮਾ ਤੂੰ ਦੁੱਖ ਸੁੱਖ ਦੇ ਵਿੱਚ ਸਾਥੀ ਹੈ, ਸੋ ਇਸ ਕਰਕੇ ਤੇਰੇ ਵਰਗਾ ਕੋਈ ਨਹੀਂ ਹੈ। ਓ ਨਾਨਕ ਮਨ ਭਾਣਾ। ਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਮੇਰੇ ਮਨ ਨੂੰ ਭਾਉਂਦੇ ਹੋ, ਮੇਰੇ ਮਨ ਨੂੰ ਚੰਗੇ ਲੱਗਦੇ ਹੋ, ਸੋ ਆਪ ਜੀ ਦਾ ਨਾਮ ਹੀ ਮੇਰੇ ਮਨ ਨੂੰ ਭਾ ਗਿਆ ਹੈ। ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਮੇਰੇ ਮਿੱਤਰ ਹੋ ਅਤੇ ਵਿਚੋਲੇ ਹੋ। ਸਤਿਗੁਰੂ ਪਾਤਸ਼ਾਹ ਵਿਚੋਲੇ ਬਣ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਾਉਣ ਵਾਸਤੇ ਆਪ ਜੀ ਨਾਮ ਦਿੰਦੇ ਹੋ। ਮੈਂ ਆਪ ਜੀ ਤੋਂ ਘੋਲ ਘੁਮਾਈ ਤੁਹਾਡੇ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਸਦਕੇ ਜਾਣਾ ਕਰਾਂ। ਜਿਸ ਗੁਰੂ ਦੇ ਨਾਲ ਮਿਲ ਕੇ ਕੰਤ ਪਛਾਣਾ, ਕੰਤ ਤੋਂ ਭਾਵ ਹੈ ਪਤੀ, ਪਤੀ ਪ੍ਰਮਾਤਮਾ ਨੂੰ ਮੈਂ ਪਛਾਣ ਲਿਆ ਹੈ। ਸੋ ਐਸੇ ਗੁਰੂ ਤੋਂ ਬਲਿਹਾਰ ਜਾਈਏ। ਗੁਰਮੁਖੋ ਬੰਦਸ਼ ਨਾਮ ਦਾ ਦੂਜਾ ਅਰਥ ਵਿਦਵਾਨਾਂ ਨੇ ਕੀਤਾ ਹੈ ਰੁਕਾਵਟ। ਇਹ ਪ੍ਰਮਾਤਮਾ ਜਿਨ੍ਹਾਂ ਨੂੰ ਤੂੰ ਪ੍ਰਾਪਤ ਹੋਣਾ ਚਾਹਵੇਂ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪਾ ਸਕਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ
ਜਿਹਨੂੰ ਤੂੰ ਪਦਾਰਥ ਦੇਣਾ ਚਾਹਵੇਂ ਉਹਨੂੰ ਪਦਾਰਥ ਦੇਣ ਤੋਂ ਵੀ ਕੋਈ ਰੋਕ ਨਹੀਂ ਸਕਦਾ ਹੈ। ਸੋ ਤੈਨੂੰ ਰੋਕਿਆ ਨਹੀਂ ਜਾ ਸਕਦਾ। ਐਸੇ ਪ੍ਰਮਾਤਮਾ ਤੋਂ ਕੁਰਬਾਨ ਜਾਣਾ ਕਰੀਏ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਉਸ ਵਿਚੋਲੇ ਮਿੱਤਰ ਸਤਿਗੁਰੂ ਤੋਂ ਭਾਈ ਕੁਰਬਾਨ ਜਾਣਾ ਕਰੀਏ, ਸਦਕੇ ਜਾਣਾ ਕਰੀਏ। ਜੈ ਮਿਲ ਕੰਤ ਪਛਾਣਾ, ਜਿਸ ਗੁਰੂ ਦੇ ਨਾਲ ਮਿਲ ਕੇ ਕੰਤ ਕਹੀਏ ਪ੍ਰਮਾਤਮਾ ਨੂੰ ਪਛਾਣਿਆ ਹੈ, ਪ੍ਰਾਪਤ ਕਰ ਲਿਆ ਹੈ। ਮਹਲਾ ਪੰਜਵਾਂ। ਪਾਉ ਸੁਹਾਵੇ ਜਾਂ ਤੋ ਧਿਰ ਜੁਲਦੇ। ਸਤਿਗੁਰੂ ਪਾਤਸ਼ਾਹ ਪੈਰ ਕਿਹੜੇ ਸ਼ੋਭਨੀਕ ਨੇ? ਪੈਰ ਉਹ ਸ਼ੋਭਨੀਕ ਨੇ ਜੋ ਜਾਂ ਤੋ ਧਿਰ, ਧਿਰ ਤੋਂ ਭਾਵ ਹੈ ਤਰਫ, ਜਿਹੜੇ ਪੈਰ ਤੁਹਾਡੀ ਤਰਫ ਚੱਲਦੇ ਨੇ ਉਹ ਪੈਰ ਨੇ ਸ਼ੋਭਨੀਕ। ਇਹਨਾਂ ਪੈਰਾਂ ਨਾਲ ਆਪਾਂ ਸਾਰਾ ਦਿਨ ਯਾਤਰਾ ਕਰਦੇ ਨੇ, ਕਦੇ ਬਾਜ਼ਾਰ ਜਾਂਦੇ, ਰਿਸ਼ਤੇਦਾਰਾਂ ਕੋਲ ਜਾਂਦੇ, ਇੱਧਰ ਉੱਧਰ ਸੰਸਾਰੀ ਕੰਮਾਂ ਵੱਲ ਜਾਂਦੇ, ਪਰ ਕਦੇ ਕਿਸੇ ਨੇ ਪੈਰਾਂ ਨੂੰ ਧਨ ਨਹੀਂ ਕਿਹਾ ਹੈ। ਪਰ ਜਿਹੜੇ ਪੈਰ ਸੰਗਤ ਵਿੱਚ ਚੱਲ ਕੇ ਆਉਂਦੇ ਉਹਨਾਂ ਪੈਰਾਂ ਨੂੰ ਧਨ ਆਖਿਆ ਜਾਂਦਾ ਹੈ। ਉਹਨਾਂ ਪੈਰਾਂ ਨਾਲ ਲੱਗਣ ਵਾਲੇ ਜੋੜੇ ਧਨ ਹੋ ਜਾਂਦੇ। ਸੰਗਤਾਂ ਸਾਫ਼ ਕਰਦੀਆਂ ਪਈਆਂ, ਆਪਾਂ ਕਿਤੇ ਗਲੀ ਬਾਜ਼ਾਰ ਚਲੇ ਜਾਈਏ, ਕੋਈ ਜੋੜਾ ਸਾਫ਼ ਕਰਦਾ ਪੈਰੋਂ ਉਤਾਰ ਕੇ? ਨਹੀਂ। ਜੇ ਜੁੱਤੀ ਪਈ ਵੀ ਹੋਵੇ ਡੰਡੇ ਨਾਲ ਪਰੇ ਕਰਦੇ। ਜੇ ਆਪਾਂ ਕਿਤੇ ਰਿਸ਼ਤੇਦਾਰੀ 'ਤੇ ਚਲੇ ਜਾਈਏ ਉੱਥੇ ਵੀ ਕੋਈ ਨਹੀਂ ਜੋੜੇ ਨੂੰ ਸਤਿਕਾਰ ਦਿੰਦਾ। ਪਰ ਉਹੀ ਜੁੱਤੀ ਪੈਰਾਂ ਨਾਲ ਲਾ ਕੇ ਜੇ ਗੁਰੂ ਘਰ ਆ ਜਾਵੇ ਅਤੇ ਉਸ ਨੂੰ ਸਾਫ਼ ਕੀਤਾ ਜਾਂਦਾ, ਉਸ ਨੂੰ ਨਮਸਕਾਰ ਕੀਤੀ ਜਾਂਦੀ ਹੈ। ਮਹਾਰਾਜ ਸਾਹਿਬ ਜੀ ਅਸਲ ਦੇ ਵਿੱਚ ਪੈਰ ਜਿਹੜੇ ਨੇ ਸ਼ੋਭਨੀਕ ਹੀ ਉਦੋਂ ਹੁੰਦੇ ਨੇ ਜਦੋਂ ਤੁਹਾਡੀ ਤਰਫ ਚੱਲਦੇ ਨੇ। ਸੋ ਪਾਵ ਸੁਹਾਵੇ, ਪਾਵ ਕਹੀਏ ਪੈਰ, ਪੈਰ ਸ਼ੋਭਨੀਕ ਨੇ। ਜਾਂ ਤੋ ਧਿਰ ਜੁਲਦੇ, ਧਿਰ ਤੋਂ ਭਾਵ ਹੈ ਤਰਫ, ਜਦੋਂ ਤੁਹਾਡੀ ਤਰਫ ਜੁਲਦੇ ਕਹੀਏ ਚੱਲਦੇ ਨੇ, ਜਦੋਂ ਪੈਰ ਤੁਹਾਡੇ ਵਾਲੇ ਪਾਸੇ ਚੱਲਦੇ ਨੇ, ਸੰਗਤ ਵਾਲੇ ਪਾਸੇ, ਉਦੋਂ ਇਹ ਪੈਰ ਸ਼ੋਭਨੀਕ ਹੋ ਜਾਂਦੇ ਹਨ। ਸੀਸ ਸੁਹਾਵਾ ਚਰਣੀ। ਤੇ ਮਹਾਰਾਜ ਸਾਹਿਬ ਜੀ ਇਹ ਜਿਹੜਾ ਸੀਸ ਹੈ ਉਸ ਵੇਲੇ ਸ਼ੋਭਾ ਵਾਲਾ ਹੁੰਦਾ ਹੈ ਜਿਸ ਵੇਲੇ ਆਪ ਜੀ ਦੇ ਚਰਨਾਂ 'ਤੇ ਆ ਕੇ ਲੱਗਦਾ ਹੈ। ਜਦੋਂ ਅਸੀਂ ਮੱਥਾ ਟੇਕਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆ ਕੇ, ਉਸ ਵੇਲੇ ਸੀਸ ਵੀ ਕਰਮਾਂ ਵਾਲਾ ਹੋ ਜਾਂਦਾ ਹੈ। ਸੋ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਹੇ, ਪੁੰਨੈ ਹੇਠ ਜਲਾਈਐ, ਬਾਲਨ ਸੰਦੈ ਥਾਏ। ਬਾਬਾ ਫਰੀਦ ਸਾਹਿਬ ਜੀ ਦਾ ਬਚਨ, ਜਿਹੜਾ ਸੀਸ ਗੁਰੂ ਅੱਗੇ ਨਹੀਂ ਝੁਕਿਆ ਉਹ ਸੀਸ ਦਾ ਕਰਨਾ ਕੀ ਹੈ? ਲੱਕੜਾਂ ਦੀ ਥਾਂ 'ਤੇ ਬਾਲੀ ਜਾਵੇ, ਐਸੇ ਸੀਸ ਦਾ ਕੀ ਕਰਨਾ ਹੈ? ਪਰ ਗੁਰਮੁਖਾਂ ਦਾ ਸੀਸ ਗੁਰੂ ਅੱਗੇ ਝੁਕ ਕੇ ਸ਼ੋਭਾ ਵਾਲਾ ਹੁੰਦਾ ਹੈ। ਮੁਖ ਸੁਹਾਵਾ ਜਾਂ ਤੋ ਜਸ ਗਾਵਾ। ਮਹਾਰਾਜ ਮੂੰਹ ਉਹਨਾਂ ਦਾ ਸ਼ੋਭਨੀਕ ਹੈ ਜਿਹੜੇ ਆਪਣੇ ਮੂੰਹ ਨਾਲ ਤੇਰਾ ਜਸ ਕਰਦੇ ਪਏ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਤੁਸੀਂ ਮੁਖ ਦੇ ਨਾਲ ਸਿਫਤ ਬਖਸ਼ਿਸ਼ ਕੀਤੀ ਹੈ, ਜਿਹੜੇ ਜ਼ੁਬਾਨ ਨਾਲ ਨਾਮ ਜਪਦੇ ਪਏ, ਉਹਨਾਂ ਗੁਰਮੁਖਾਂ ਦੇ ਮੂੰਹ ਵੀ ਸ਼ੋਭਨੀਕ ਹਨ। ਜੀਉ ਪਿਆ ਤੋ ਚਰਨੀ। ਤੇ ਸਤਿਗੁਰੂ ਪਾਤਸ਼ਾਹ ਜੀਓ, ਇਹ ਜੀਵ ਸ਼ੋਭਾ ਵਾਲਾ ਤਾਂ ਹੈ ਜੇ ਆਪ ਜੀ ਦੀ ਸ਼ਰਨ ਵਿੱਚ ਆ ਕੇ ਪੈ ਜਾਵੇ ਤਾਂ ਇਹ ਜੀਵ ਵੀ ਸ਼ੋਭਾ ਵਾਲਾ ਬਣ ਜਾਂਦਾ ਹੈ। ਮਿਲ ਨਾਰੀ ਸਤ ਸੰਗ ਮੰਗਲ ਗਾਵਿਆ। ਇਹ ਜੀਵ ਰੂਪ ਇਸਤਰੀਆਂ ਜਾਂ ਕਹਿ ਲਈਏ ਜਗਿਆਸੂ ਰੂਪ ਇਸਤਰੀਆਂ ਜਿਹੜੀਆਂ ਨੇ ਸਤ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ ਐਸੇ ਮੰਗਲ ਨੂੰ ਗਾਇਨ ਕਰਦੀਆਂ, ਪ੍ਰਾਪਤ ਕਰਦੀਆਂ ਹਨ। ਘਰ ਕਾ ਹੋਆ ਬੰਧਨ ਬਹੁ ਨ ਧਾਵਿਆ। ਇਸ ਲਈ ਸਰੂਪ ਰੂਪੀ ਜਿਹੜੀ ਘਰ ਦੀ ਪ੍ਰਾਪਤੀ ਦਾ ਬੰਧਾਨ ਕੀਏ ਪ੍ਰਬੰਧ ਇੰਤਜ਼ਾਮ ਹੋ ਗਿਆ ਹੈ। ਬਹੁੜ ਨਾ ਧਾਵੀਆ, ਹੁਣ ਜਨਮਾਂ ਵਿੱਚ ਨਹੀਂ ਜਾਣਾ ਪਵੇਗਾ। ਸੋ ਜਿਨ੍ਹਾਂ ਦੇ ਉੱਪਰ ਪ੍ਰਾਪਤੀ ਹੋਈ ਹੈ, ਕਿਰਪਾ ਹੋਈ ਹੈ, ਉਹ ਸਰੂਪ ਰੂਪੀ ਘਰ ਦੀ ਪ੍ਰਾਪਤੀ ਕਰ ਲੈਂਦੇ। ਪਰਮਾਤਮਾ ਦਾ ਸਰੂਪ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ, ਫਿਰ ਜਨਮਾਂ ਵਿੱਚ ਨਹੀਂ ਦੌੜਦੇ ਹਨ। ਬਿੰਠੀ ਦੁਰਮਤ ਦੁਰਤ ਸੋਏ ਕੁੜਾਵਿਆ। ਪਾਤਸ਼ਾਹ ਕਹਿਣ ਲੱਗੇ ਜਿਹੜੀ ਦੁਰਮਤ ਖੋਟੀ ਮਤ ਹੈ, ਦੁਰਤ ਕਹੀਏ ਪਾਪ, ਤੇ ਸੋਏ ਕੁੜਾਵੀਆ, ਸੋਏ ਨਾਮ ਸੋਭਾ ਦਾ, ਇਹ ਸਭ ਕੁੜਾਵੀਆ ਕਹੀਏ ਝੂਠੀਆਂ ਹੀ ਇਹ ਦੁਨੀਆ ਦੀਆਂ ਸ਼ੋਭਾ ਹਨ। ਦੁਨੀਆ ਦੀ ਵਡਿਆਈ ਸ਼ੋਭਾ ਝੂਠੀ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਉਹਨਾਂ ਗੁਰਮੁਖਾਂ ਦੀ ਦੁਰਮਤ, ਦੁਰਮਤ ਕਹੀਏ ਖੋਟੀ ਮਤ, ਇਸੇ ਤਰ੍ਹਾਂ ਦੁਰਤ ਨਾਮ ਹੈ ਪਾਪ ਵਾਲੀ ਬਿਰਤੀ, ਸੋਏ ਨਾਮ ਆਪਣੀ ਸ਼ੋਭਾ ਕਰਵਾਈ ਜਾਣੀ, ਇਹ ਸਾਰੀਆਂ ਕੁੜਾਵੀਆਂ ਝੂਠੀਆਂ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਬਿੰਠੀ ਕਹੀਏ ਸਾਰੀਆਂ ਨਾਸ ਹੋ ਗਈਆਂ। ਇਹਨਾਂ ਬਿਰਤੀਆਂ ਤੋਂ ਉੱਪਰ ਹੋ ਜਾਂਦਾ ਹੈ। ਸੀਲਵੰਤ ਪ੍ਰਧਾਨ ਹਿਰਦੈ ਸਚਾਵਿਆ। ਭਾਈ ਉਹ ਸੀਲਵੰਤ, ਸੀਲ ਸੁਭਾਅ ਵਾਲੀ ਹੈ। ਪ੍ਰਧਾਨ ਕਹੀਏ ਉਹ ਮੁਖੀ ਹੈ ਜਿਸ ਨੇ ਹਿਰਦੇ ਵਿੱਚ ਸੱਚੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੈ। ਜਿਹਨੇ ਨਾਮ ਜਪਿਆ ਹੈ
ਉਹੀ ਭਾਈ ਸਭ ਤੋਂ ਸ੍ਰੇਸ਼ਟ ਹੈ। ਅੰਦਰ ਬਾਹਰ ਇੱਕ ਰਿਤਾਵਿਆ। ਮਹਾਰਾਜ ਕਹਿਣ ਲੱਗੇ ਸਰੀਰ ਦੇ ਅੰਦਰ ਜਾਂ ਕਹਿ ਲਈਏ ਬ੍ਰਹਿਮੰਡ ਦੇ ਅੰਦਰ ਵੀ ਉਹ ਹੈ, ਬਾਹਰ ਵੀ ਉਹ ਹੈ। ਜੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੋ ਇਸ ਤਰ੍ਹਾਂ ਉਹ ਪਰਮਾਤਮਾ ਸਰੀਰ ਦੇ ਅੰਦਰ ਬਾਹਰ ਸ਼ੋਭਾ ਪਾਉਂਦਾ ਹੈ। ਮਨ ਦਰਸ਼ਨ ਕੀ ਪਿਆਸ ਚਰਨ ਦਸਾਵਿਆ। ਅੰਤਰ ਬਾਹਰ ਇੱਕ ਰੀਤਾਵੀਆ। ਜਿਸ ਵਿਅਕਤੀ ਨੇ ਉਸ ਪਰਮਾਤਮਾ ਦੀ ਐਸੀ ਏਕਤਾ ਵਾਲੀ ਰੀਤੀ ਨੂੰ ਜਾਣ ਲਿਆ ਹੈ ਵੀ ਅੰਦਰ ਬਾਹਰ ਉਹ ਹੈ, ਮਨ ਦਰਸ਼ਨ ਕੀ ਪਿਆਸ, ਉਹਨਾਂ ਸਾਧੂ ਸੰਤਾਂ ਨੂੰ ਆਪ ਜੀ ਦੇ ਚਰਨਾਂ ਦੇ ਦਰਸ਼ਨਾਂ ਦੀ ਪਿਆਸ ਹੈ। ਚਰਨ ਦਸਾਵਿਆ। ਉਹ ਫਿਰ ਗੁਰਮੁਖ ਜਿਹੜੇ ਨੇ ਚਰਨਾਂ ਦੇ ਦਾਸ ਬਣ ਕੇ ਤੇਰੇ ਦਰਸ਼ਨਾਂ ਦੀ ਪਿਆਸਾ ਵਿੱਚ ਹਰ ਵੇਲੇ ਰਹਿੰਦੇ ਹਨ। ਸੋਭਾ ਬਣੀ ਸ਼ਿੰਗਾਰ ਖਸਮ ਜਰਾਵਿਆ। ਜਿਨ੍ਹਾਂ ਨੇ ਉਸ ਖਸਮ ਪਰਮਾਤਮਾ ਨੂੰ ਰਾਵੀਏ ਕਹੀਏ ਭੋਗਿਆ, ਮਾਣਿਆ, ਪ੍ਰਾਪਤ ਕੀਤਾ ਹੈ, ਉਹਨਾਂ ਦੀ ਸ਼ੋਭਾ ਜਿਹੜੀ ਹੈ ਹਰ ਵੇਲੇ ਬਣੀ ਰਹਿੰਦੀ ਹੈ। ਜਾਂ ਜਪ ਤਾਪ ਇਹ ਸ਼ਿੰਗਾਰ ਕਰਕੇ ਸ਼ੋਭਾ ਵਾਲੇ ਹੋਏ ਹਨ। ਆਏ ਸੰਜੋਗ ਜਾਂ ਤਿਸ ਭਾਵਿਆ। ਜਿਸ ਵੇਲੇ ਪੂਰਨ ਸੰਤਾਂ ਦਾ ਸੰਯੋਗ ਪ੍ਰਾਪਤ ਹੋਇਆ, ਉਸ ਵੇਲੇ ਕਹਿਣ ਲੱਗੇ ਵੀ ਉਹ ਜਿਹੜਾ ਪਰਮਾਤਮਾ ਆ ਕੇ ਮਿਲਿਆ ਹੈ, ਜਦੋਂ ਮਿਲਿਆ ਹੈ ਉਹ ਫਿਰ ਗੁਰਮੁਖ ਵੱਡਿਆਂ ਭਾਗਾਂ ਵਾਲੇ ਹੋ ਗਏ। ਮਿਲਿਆ ਆਏ ਸੰਯੋਗ, ਜਿਸ ਵੇਲੇ ਸੰਤਾਂ ਨਾਲ, ਸਾਧੂਆਂ ਨਾਲ, ਗੁਰੂ ਕੀ ਸੰਗਤ ਦੇ ਨਾਲ ਮਿਲਣ ਦਾ ਸੰਯੋਗ ਆ ਕੇ ਮਿਲਿਆ, ਉਸ ਵੇਲੇ ਫਿਰ ਜੀਵ ਜਿਹੜਾ ਹੈ ਪਰਮਾਤਮਾ ਨੂੰ ਭਾ ਗਿਆ। ਇਸ ਤਰ੍ਹਾਂ ਉਸ ਦੀ ਪ੍ਰਾਪਤੀ ਹੋਈ ਹੈ। ਸ਼ਲੋਕ ਮਹਲਾ ਪੰਜਵਾ। ਅੱਬੇ ਗੁਣ ਟੰਡਾ ਨਾਨਕ ਜੀਓ, ਮੈਂ ਗੁਥੀਏ ਮੈਂ ਨਿਰਗੁਣ ਤੇ ਕਿਆ ਹੋਆ। ਸਤਿਗੁਰੂ ਪਾਤਸ਼ਾਹ ਜੀਓ ਬੇਨਤੀ ਕਰ ਕਿ ਮਹਾਰਾਜ ਮੈਂ ਕੂ ਮੇਰੇ ਵਿੱਚ ਅਰਥਾਤ ਮੈਨੂੰ ਹੱਬੇ ਕਹੀਏ ਸਾਰੇ ਸ਼ੁਭ ਗੁਣ ਜਿੰਨੇ ਵੀ ਮੇਰੇ ਕੋਲ ਨੇ ਇਹ ਆਪ ਜੀ ਦੇ ਦਿੱਤੇ ਹੋਏ ਨੇ। ਕਦੇ ਮਾਨ ਨਾ ਕਰਿਆ ਕਰ ਮੇਰੇ ਵਿੱਚ ਇਹ ਗੁਣ ਹੈ, ਮੇਰੇ ਵਿੱਚ ਇਹ ਗੁਣ ਹੈ। ਇਹ ਜਿੰਨੇ ਵੀ ਗੁਣ ਨੇ ਹੱਬੇ ਤੋਂ ਭਾਵ ਸਾਰੇ, ਮੈਂ ਕੂ ਭਾਵ ਮੈਨੂੰ, ਇਹ ਜਿਹੜੇ ਮੈਨੂੰ ਦਿੱਤੇ ਹੋਏ ਹੱਬੇ ਗੁਣ ਸਾਰੇ ਗੁਣ ਇਹ ਤੈਂਡੇ ਇਹ ਸਤਿਗੁਰੂ ਤੁਹਾਡੇ ਦਿੱਤੇ ਹੋਏ ਹਨ, ਤਾਂ ਹੀ ਮੇਰੇ ਕੋਲ ਹਨ ਅਤੇ ਮੇਰੇ ਤੇ ਆਪ ਕਿਰਪਾ ਕਰੋ। ਮੈਂ ਨਿਰਗੁਣ ਤੇ ਕਿਆ ਹੋਆ। ਮੈਂ ਨਿਰਗੁਣ ਹਾਂ, ਮੇਰੇ ਕੋਲੋਂ ਕੀ ਹੋ ਸਕਦਾ। ਮੈਂ ਤੇ ਗੁਣ ਵੀ ਧਾਰਨ ਨਹੀਂ ਕਰ ਸਕਦਾ, ਗੁਣ ਵੀ ਨਹੀਂ ਸਿੱਖ ਸਕਦਾ। ਇਹ ਸਾਰੇ ਗੁਣ ਆਪ ਜੀ ਦੇ ਬਖਸ਼ੇ ਹੋਏ ਹਨ। ਤੋ ਜੇ ਵੱਡ ਤਾਰ ਨਾ ਕੋਈ। ਸਤਿਗੁਰੂ ਤੁਹਾਡੇ ਵਰਗਾ ਦਾਤਾ ਕੋਈ ਦੁਨੀਆ ਵਿੱਚ ਨਹੀਂ ਹੈ। ਜਾਚਕ ਸਦਾ ਜਚੋਆ। ਮਹਾਰਾਜ ਮੈਂ ਤੇ ਜਾਚਕ ਮੰਗਤਾ ਹਾਂ, ਸਦਾ ਹੀ ਆਪ ਜੀ ਦੇ ਕੋਲੋਂ ਮੰਗਦਾ ਰਹਿੰਦਾ ਹਾਂ। ਦੁਨੀਆ ਦੇ ਵਿੱਚ ਤੁਸੀਂ ਇੱਕ ਵਿਅਕਤੀ ਕੋਲੋਂ ਇੱਕ ਵਾਰੀ ਚੀਜ਼ ਮੰਗ ਲਓਗੇ, 2 ਵਾਰੀ ਮੰਗ ਲਓਗੇ, 3 ਵਾਰੀ ਮੰਗ ਲਓਗੇ, ਕਦੇ ਉਸ ਨੂੰ ਗੁੱਸਾ ਆਵੇਗਾ, ਉਹ ਕਹੇਗਾ ਤੇਰਾ ਤੇ ਕੰਮ ਹੀ ਰੋਜ਼ ਮੰਗਣਾ ਹੈ, ਫਿਰ ਦੇਣੋਂ ਹੀ ਬੰਦ ਕਰ ਦੇਵੇਗਾ। ਇੱਕ ਪਰਮਾਤਮਾ ਐਸਾ ਹੈ ਜਿਹਦੇ ਕੋਲੋਂ ਰੋਜ਼ ਮੰਗਦੇ ਆ, ਹਰ ਵੇਲੇ ਮੰਗਦੇ ਹਾਂ, ਪਰ ਕਦੇ ਉਹ ਗੁੱਸੇ ਨਹੀਂ ਹੁੰਦਾ। ਹਰ ਵੇਲੇ ਉਹ ਦਿੰਦਾ ਹੈ, ਦਿੰਦਾ ਦੇ ਲੈਂਦੇ ਥੱਕ ਪਾਏ। ਦੁਨੀਆ ਦੇ ਦਾਤੇ ਥੱਕ ਜਾਣਗੇ 2-4 ਵਾਰੀ ਦੇ ਕੇ, ਮੁੜ ਕੇ ਆਖਣਗੇ ਆਪਣੇ ਜਿਹੜੇ ਨਾਲ ਨੌਕਰ ਚਾਕਰ ਨੇ ਵੀ ਇਹਨੂੰ ਨਹੀਂ ਘਰ ਦੇ ਅੰਦਰ ਆਉਣ ਦੇਣਾ, ਇਹਨੂੰ ਬਾਹਰੋਂ ਮੋੜ ਦਿਆ ਕਰੋ, ਮੈਂ ਨਹੀਂ ਮਿਲਣਾ ਚਾਹੁੰਦਾ। ਇਹ ਹਰ ਵੇਲੇ ਮੰਗਦਾ ਹੈ। ਪਰਮਾਤਮਾ ਜਿਹੜਾ ਹੈ ਉਹਦੇ ਦਰ 'ਤੇ ਕੋਈ ਰੋਕਦਾ ਨਹੀਂ। ਜਿਸ ਦਰ ਆਵਤ ਜਾਤੇ ਉਹ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕਦੇ ਗੁਰੂ ਦੇ ਦਰ 'ਤੇ ਕਿਸੇ ਨੇ ਰੋਕਿਆ ਵੀ ਤੂੰ ਅੱਜ ਮੰਗਣ ਆਇਆ ਭਾਈ, ਤੂੰ ਕੱਲ੍ਹ ਵੀ ਮੰਗਿਆ ਸੀ, ਪਰਸੋਂ ਵੀ ਮੰਗਿਆ ਸੀ, ਤੈਨੂੰ ਸਾਲ ਹੋ ਗਿਆ, 5 ਸਾਲ ਹੋ ਗਏ। ਨਹੀਂ, ਇਸ ਦਰ 'ਤੇ ਕੋਈ ਰੋਕਦਾ ਨਹੀਂ। ਵੱਡਾ ਦਾਤਾ ਹੈ ਨਾ ਸਤਿਗੁਰੂ, ਰੋਜ਼ ਦੁਨੀਆ ਮੰਗਦੀ ਵੀ ਰੋਜ਼ ਝੋਲੀ ਭਰਦੀ ਹੈ। ਜਾਚਕ ਸਦਾ ਜਚੋਵੇ। ਅਤੇ ਇਸੇ ਤਰ੍ਹਾਂ ਜਾਚਕ ਮੰਗਤਾ ਬਣ ਕੇ ਮੈਂ ਸਦਾ ਆਪ ਜੀ ਦੇ ਕੋਲੋਂ ਮੰਗਦਾ ਹਾਂ। ਮਹਲਾ ਪੰਜਵਾ। ਦੇਸ਼ ਜੰਦੜੀ ਊਨਮ ਝੂਣਾ। ਮਹਾਰਾਜ ਜੀ ਇਹ ਜਿਹੜੀ ਦੇਹ ਸਰੀਰ ਹੈ ਇਹ ਜਿਹੜੀ ਮੇਰੀ ਛਿਜਦੀ ਜਾਂਦੀ ਹੈ, ਕ੍ਰਿਸ਼ ਹੁੰਦੀ ਜਾਂਦੀ, ਇਕੱਠੀ ਹੁੰਦੀ ਜਾਂਦੀ ਹੈ, ਸੁੰਗੜਦੀ ਜਾਂਦੀ ਹੈ, ਜਾਂ ਆਪਾਂ ਕਹਿ ਲਈਏ ਪੁਰਾਣੀ ਹੁੰਦੀ ਜਾਂਦੀ ਹੈ। ਗੁਰ ਸੱਜਣ ਜੀਓ ਧਰਾਇਆ। ਊਨ ਮਝੂਣਾ ਤੋਂ ਭਾਵ ਹੈ ਨਿੰਮੋ ਝੂਣਾ ਹੋ ਗਿਆ ਹਾਂ, ਮੇਰੀ ਐਸੀ ਹਾਲਤ ਹੈ। ਗੁਰ ਸੱਜਣ ਜੀਓ ਧਰਾਇਆ। ਧੰਨ ਗੁਰੂ ਸੱਜਣ ਹਨ ਜਿਨ੍ਹਾਂ ਨੇ ਮੇਰੇ ਜੀ ਕਹੀਏ ਮਨ ਦੇ ਵਿੱਚ ਹੌਸਲਾ ਦਿੱਤਾ ਹੈ। ਸੋ ਗੁਰਮੁਖੋ ਦਿਨ ਰਾਤ ਇਹ ਸਰੀਰ ਸੁੰਗੜਦਾ ਜਾਂਦਾ ਨਾ, ਕਮਜ਼ੋਰ ਹੁੰਦਾ ਜਾਂਦਾ, ਪਰ ਗੁਰੂ ਐਸਾ ਧਨ ਹੈ ਜਿਸ ਨੇ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ, ਤਗੜਾ ਹੋ ਕੇ ਨਾਮ ਜਪ ਪ੍ਰਾਪਤੀ ਹੋਵੇਗੀ। ਅੰਤਰਜਾਮੀ ਸੁਣ ਕਾਂਪਤ ਹੋ ਅੰਤਰਗਤ,
ਪਤਤ ਪਾਵਨ ਸੁਨ ਆਸਰੋ ਸੰਭਾਰ। ਭਾਈ ਗੁਰਦਾਸ ਜੀ ਨੇ ਲਿਖਿਆ, ਜਦੋਂ ਮੈਂ ਵੇਖਦਾ ਵੀ ਜ਼ਿੰਦਗੀ ਥੋੜ੍ਹੀ ਰਹਿ ਗਈ ਹੈ, ਪਾਪ ਬੜੇ ਕੀਤੇ, ਮੈਂ ਡਰ ਜਾਂਦਾ, ਪਰ ਜਦੋਂ ਮੈਨੂੰ ਪਤਾ ਲੱਗਦਾ ਨਾ ਮੇਰਾ ਗੁਰੂ ਮੈਨੂੰ ਆਸਰਾ ਦੇਵੇਗਾ, ਫਿਰ ਮੈਨੂੰ ਹੌਸਲਾ ਹੋ ਜਾਂਦਾ ਹੈ। ਮਹਾਰਾਜ ਜੀ ਬੇਨਤੀ ਇਹ ਹੈ, ਇਹ ਦੇਹ, ਇਹ ਸਰੀਰ ਛਿਜਦਾ ਜਾ ਰਿਹਾ ਹੈ। ਅੱਜ ਸਰੀਰ ਹੋਰ ਹੈ, ਕੱਲ੍ਹ ਹੋਰ ਹੈ, ਪਰਸੋਂ ਹੋਰ ਹੈ। ਗੁਰਮੁਖੋ ਇੱਕੇ ਦਿਨ ਤੇ ਨਹੀਂ ਨਾ ਬੁੱਢੇ ਹੋ ਜਾਈਦਾ। ਬੁੱਢੇ ਹੋਣ ਵਾਸਤੇ ਵੀ ਕਈ ਸਾਲ ਲੱਗ ਜਾਂਦੇ, ਜਵਾਨੀ ਜਾਂਦਿਆਂ ਵੀ ਕਈ ਸਾਲ ਲੱਗ ਜਾਂਦੇ। ਇਹ ਰੋਜ਼ ਦਾ ਰੋਜ਼ ਸਰੀਰ ਵਿੱਚ ਕੋਈ ਨਾ ਕੋਈ ਫਰਕ ਪੈਂਦਾ ਜਾਂਦਾ ਹੈ। ਮਹਾਰਾਜ ਜੀ ਸਰੀਰ ਛਿਜਦਾ ਜਾ ਰਿਹਾ ਹੈ, ਇਸ ਕਰਕੇ ਮੈਂ ਨਿੰਮੋ ਝੂਣਾ ਜਿਹਾ ਹੋ ਰਿਹਾ, ਉਦਾਸ ਹੋ ਰਿਹਾ ਵੀ ਮੇਰਾ ਕੀ ਬਣੇਗਾ। ਪਰ ਸਤਿਗੁਰੂ ਤੁਸੀਂ ਕਿਰਪਾ ਕੀਤੀ, ਜਦੋਂ ਤੁਹਾਡੇ ਦਰ 'ਤੇ ਆਇਆ ਤੁਸੀਂ ਮੈਨੂੰ ਹੌਸਲਾ ਦਿੱਤਾ ਹੈ। ਅੱਗੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਮਾਇਆ। ਇਸ ਕਰਕੇ ਮਹਾਰਾਜ ਹੱਬੇ ਸਾਰੇ ਸੁੱਖਾਂ ਨੂੰ ਪਾ ਕੇ ਸੁਖ ਪੂਰਵਕ ਸੁਖ ਦੇ ਸਹਿਤ ਸੁੱਤਾ ਹਨ ਅਤੇ ਸਾਰੇ ਜਗਤ ਦੇ ਵਿੱਚ ਜਨਮ ਮਰਨ ਨੂੰ ਜਿੱਤ ਲਿਆ ਹੈ। ਜਿਹੜਾ ਜੰਮਣ ਮਰਨ ਬਣਿਆ ਨਾ, ਇਸ ਸੰਸਾਰ ਵਿੱਚ ਮੈਂ ਜਿੱਤ ਲਿਆ ਇਸ ਜੰਮਣ ਤੇ ਮਰਨ ਨੂੰ। ਆਪ ਜੀ ਨੇ ਸਾਰੇ ਸੁੱਖ ਮੈਨੂੰ ਬਖਸ਼ਿਸ਼ ਕਰ ਦਿੱਤੇ ਹਨ। ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸਤਿਗੁਰੂ ਆਪ ਜੀ ਦਾ ਸਤ ਸੰਗਤ ਰੂਪੀ ਇਹ ਜਿਹੜਾ ਦਰਬਾਰ ਹੈ, ਇਹ ਸਭ ਤੋਂ ਵੱਡਾ ਹੈ। ਸੋ ਵੱਡਾ ਤੇਰਾ ਦਰਬਾਰ, ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਸੋ ਐਸੀ ਆਪ ਜੀ ਦੀ ਸ਼ੋਭਾ ਹੈ। ਇਹ ਸਤ ਸੰਗਤ ਰੂਪੀ ਦਰਬਾਰ ਵੱਡਾ ਹੈ ਅਤੇ ਸੱਚਾ ਤੁਧ ਤਖਤ, ਬੈਕੁੰਠ ਧਾਮ ਰੂਪੀ ਤਖਤ ਵੀ ਆਪ ਜੀ ਦਾ ਸੱਚਾ ਹੈ, ਜਾਂ ਸਰੂਪ ਰੂਪੀ ਤਖਤ ਵੀ ਆਪ ਜੀ ਦਾ ਸੱਚਾ ਹੈ। ਸਿਰ ਸਾਹ ਪਾਤਸ਼ਾਹ ਆਪ ਜੀ ਸਾਰਿਆਂ ਪਾਤਸ਼ਾਹਾਂ ਦੇ ਪਾਤਸ਼ਾਹ ਹੋ। ਵੱਡੇ ਵੱਡੇ ਬਾਦਸ਼ਾਹ ਵੀ ਤੁਹਾਡੇ ਕੋਲੋਂ ਖੈਰ ਮੰਗਦੇ ਪਏ, ਭੀਖ ਮੰਗਦੇ ਪਏ ਹਨ। ਨਿਚਲ ਚੌਰ ਛੱਤ। ਸਤਿਗੁਰੂ ਜੀ ਆਪ ਜੀ ਦਾ ਜਿਹੜਾ ਜਸ ਹੈ ਇਹ ਚੌਰ ਹੋ ਰਿਹਾ ਹੈ। ਜਿਹੜਾ ਜਸ ਹੋ ਰਿਹਾ ਨਾ ਪਰਮਾਤਮਾ ਦਾ, ਇਹ ਜਸ ਹੈ। ਅਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਸਦਾ ਹੀ ਰਹਿਣਾ ਹੈ, ਇਹ ਤੁਹਾਡੇ ਉੱਪਰ ਛੱਤ ਹੈ, ਕਹੀਏ ਚੰਦੋਆ ਹੈ। ਪਵਨ ਚਵਰੋ ਕਰੇ ਸਗਲ ਵਨਰਾਏ ਫੁਲੰਤ ਜੋਤੀ। ਇਹ ਹਵਾ ਚੱਲਦੀ ਪਈ ਹੈ ਮਹਾਰਾਜ, ਤੁਹਾਡੇ ਸਿਰ 'ਤੇ ਸੀਸ 'ਤੇ ਚੌਰ ਕਰ ਰਹੀ ਹੈ। ਮਹਾਰਾਜ ਜਸ ਰੂਪੀ ਚੌਰ ਤੁਹਾਡੇ ਉੱਪਰ ਹੋ ਰਿਹਾ ਹੈ। ਤੁਸੀਂ ਸਦਾ ਰਹਿਣਾ ਹੈ, ਇਹ ਤੁਹਾਡੇ ਸਰੀਰ ਦੇ ਉੱਪਰ ਚੰਦੋਆ ਸ਼ੋਭਾ ਪਾ ਰਿਹਾ ਹੈ। ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਓ। ਜਿਹੜਾ ਪਰਵਾ ਪਾਰ ਬ੍ਰਹਮ ਨੂੰ ਭਾ ਜਾਂਦਾ ਹੈ ਭਾਈ, ਉਹੀ ਸੱਚਾ ਨਿਆਂ ਹੈ। ਪਰਮਾਤਮਾ ਨੂੰ ਜੋ ਭਾ ਗਿਆ ਚੰਗਾ ਲੱਗਦਾ ਹੈ, ਸੋ ਉਹੀ ਪਰਮਾਤਮਾ ਸੱਚਾ ਨਿਆਂ ਕਰਦਾ ਹੈ। ਜੇ ਭਾਵੈ ਪਾਰ ਬ੍ਰਹਮ ਨਿਥਾਵੈ ਮਿਲੈ ਥਾਓ। ਸਤਿਗੁਰੂ ਕਹਿਣ ਲੱਗੇ, ਜੇ ਪਾਰ ਬ੍ਰਹਮ ਨੂੰ ਭਾਈ ਭਾ ਜਾਵੇ ਨਾ, ਜਿਹੜੇ ਨਿਥਾਵੇ ਨੇ, ਜਿਨ੍ਹਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਹੈ, ਉਹਨਾਂ ਨਿਥਾਵਿਆਂ ਨੂੰ ਵੀ ਥਾਂ ਮਿਲ ਜਾਂਦੀ ਹੈ। ਜੇ ਪਾਰ ਬ੍ਰਹਮ ਪਰਮੇਸ਼ਰ ਨੂੰ ਭਾ ਜਾਣਾ ਕਰੇ। ਜੋ ਕੀਨੀ ਕਰਤਾਰ ਸਾਈ ਭਲੀ ਗੱਲ। ਜੋ ਕਰਤਾਰ ਅਕਾਲ ਪੁਰਖ ਨੇ ਕੀਤੀ ਹੈ, ਉਹ ਗੱਲ ਸਾਰਿਆਂ ਤੋਂ ਭਲੀ ਹੈ, ਸਾਰਿਆਂ ਤੋਂ ਚੰਗੀ ਹੈ। ਪਰਮਾਤਮਾ ਜੋ ਕਰਦਾ ਹੈ ਉਹ ਭਲਾ ਕਾਰਜ ਕਰਦਾ ਹੈ। ਜਿਨੇ ਪਛਾਤਾ ਖਸਮ ਸੇ ਦਰਗਾਹ ਮਲ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਲਿਆ, ਦਰਗਾਹ ਦੇ ਵਿੱਚ ਉਹ ਮੱਲ ਬਣ ਜਾਣਗੇ। ਮੱਲ ਕਹਿੰਦੇ ਪਹਿਲਵਾਨ ਨੂੰ। ਜਿਵੇਂ ਪਹਿਲਵਾਨ ਨੂੰ ਡਰ ਨਹੀਂ ਨਾ ਕਿਸੇ ਦਾ ਹੁੰਦਾ, ਤਗੜਾ ਹੁੰਦਾ, ਜਿਹਨੂੰ ਮਰਜ਼ੀ ਚੁੱਕ ਕੇ ਗੋਡੇ ਥੱਲੇ ਰੱਖ ਲੈਂਦਾ। ਪਰਮਾਤਮਾ ਜਿਹਨੇ ਤੈਨੂੰ ਪਾਲਿਆ ਹੈ, ਜਿਹਨੇ ਤੇਰਾ ਨਾਮ ਜਪਿਆ ਹੈ, ਉਹ ਪਰਲੋਕ ਦੇ ਵਿੱਚ ਮੱਲ ਕਹੀਏ ਪਹਿਲਵਾਨ ਬਣ ਜਾਣਗੇ। ਉਹਨਾਂ ਨੂੰ ਜਮਾਂ ਦਾ ਵੀ ਡਰ ਨਹੀਂ ਰਹੇਗਾ, ਨਾ ਵਿਕਾਰਾਂ ਦਾ ਡਰ ਰਹੇਗਾ। ਜਿਵੇਂ ਪਹਿਲਵਾਨ ਜਿਹਨੂੰ ਮਰਜ਼ੀ ਢਾਹ ਲੈਂਦਾ ਹੈ, ਇਸ ਤਰ੍ਹਾਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਉਹ ਤੇਰੀ ਦਰਗਾਹ ਵਿੱਚ ਪਹਿਲਵਾਨ ਸਾਬਤ ਹੋਏ। ਵਿਕਾਰਾਂ ਨੂੰ ਵੀ ਢਾਹ ਲੈਂਦੇ, ਇਸੇ ਤਰ੍ਹਾਂ ਜਮਾਂ ਨੂੰ ਵੀ ਉਹ ਢਾਹ ਲੈਂਦੇ ਹਨ। ਸਹੀ ਤੇਰਾ ਫਰਮਾਨ ਕਿਨੇ ਨਾ ਫੇਰਿਆ। ਮਹਾਰਾਜ ਆਪ ਜੀ ਦਾ ਜਿਹੜਾ ਫਰਮਾਨ ਹੈ ਨਾ, ਹੁਕਮ, ਉਹ ਬਿਲਕੁਲ ਸਹੀ ਹੈ। ਤੁਹਾਡਾ ਫਰਮਾਨ ਕੋਈ ਮੋੜ ਨਹੀਂ ਸਕਦਾ, ਕੋਈ ਫੇਰ ਨਹੀਂ ਸਕਦਾ ਹੈ। ਕੌਣ ਹੈ ਦੁਨੀਆ ਵਿੱਚ ਜਿਹੜਾ ਤੁਹਾਡੇ ਕੀਤੇ ਫਰਮਾਨ ਨੂੰ ਮੋੜ ਦੇਵੇ, ਮੇਟ ਦੇਵੇ? ਨਹੀਂ, ਦੁਨੀਆ ਵਿੱਚ ਕੋਈ ਤੁਹਾਡੇ ਫਰਮਾਨ ਨੂੰ ਮੇਟ ਨਹੀਂ ਸਕਦਾ ਹੈ। ਹਰਨ ਕਰਨ ਕਰੀਮ ਕੁਦਰਤ ਤੇਰੀ ਆ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਕਰੀਮ ਕਹੀਏ, ਵੱਡੇ ਦਾਤੇ ਹੋ, ਸਖੀ ਦਾਤੇ ਹੋ। ਦੇਣ ਲੱਗਿਆ ਵੇਖਦੇ ਨਹੀਂ ਵੀ ਕਿੰਨਾ ਦੇਣਾ ਹੈ। ਜੇ ਕੋਈ ਥੋੜਾ ਮੰਗਦਾ ਹੈ ਉਹਨੂੰ ਬਹੁਤਾ ਦੇ ਦਿੰਦੇ ਹੋ। ਐਸੇ ਆਪ ਜੀ ਕਰੀਮ ਹੋ। ਕਾਲੇ ਦੇ ਭਤੀਜਿਆਂ ਨੇ ਜਾ ਕੇ ਢਿੱਡ 'ਤੇ ਹੱਥ ਮਾਰਿਆ ਨਾ ਗੁਰੂ ਹਰ ਰਾਏ ਪਾਤਸ਼ਾਹ ਦੇ ਕੋਲ। ਪਾਤਸ਼ਾਹ ਚਾਹੁੰਦੇ ਤੇ ਕਹਿ ਸਕਦੇ ਸਨ ਚਲੋ ਪ੍ਰਸ਼ਾਦਾ ਛਕਾ ਦਿਓ, ਚਾਹੁੰਦੇ ਤੇ ਕਹਿ ਸਕਦੇ ਸਨ ਚਲੋ ਇਹਨਾਂ ਨੂੰ ਭਾਈ ਥੋੜ੍ਹੀ ਬਹੁਤੀ ਮਾਇਆ ਦੇ ਦਿਓ,
ਮਹਾਰਾਜ ਨੇ ਕੀ ਆਖਿਆ? ਕਹਿਣ ਲੱਗੇ ਕਾਲਿਆ ਇਹ ਰਾਜੇ ਹੋਣਗੇ, ਇਹ ਬਾਦਸ਼ਾਹੀ ਪ੍ਰਾਪਤ ਕਰਨਗੇ। ਸੋ ਇਸ ਤਰ੍ਹਾਂ ਦਾ ਉਹ ਕਰੀਮ ਹੈ, ਵੱਡਾ ਦਾਤਾ ਹੈ। ਦਾਤ ਵੀ ਉਹ ਵੱਡੀ ਦਿੰਦਾ ਹੈ, ਨਿੱਕੀ ਨਹੀਂ ਦਿੰਦਾ ਹੈ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਾਰਨ ਕਰਨ। ਇਹ ਜਿਹੜਾ ਕਾਰਨ ਸੰਸਾਰ ਹੈ ਉਸ ਨੂੰ ਕਰਨ ਕਹੀਏ ਬਣਾਉਣ ਵਾਲਾ ਹੈ ਪ੍ਰਮਾਤਮਾ, ਅਤੇ ਕਰੀਮ ਕਹੀਏ ਵੱਡਾ ਦਾਤਾ ਹੈ। ਕੁਦਰਤ ਤੇਰੀ ਹੈ। ਇਹ ਜਿਹੜੀ ਕੁਦਰਤ ਆਪ ਜੀ ਦੀ ਸ਼ਕਤੀ ਹੈ ਨਾ, ਉਹ ਸਾਰੀ ਤੁਹਾਡੇ ਚਰਨਾਂ ਵਿੱਚ ਹੀ ਬੈਠੀ ਹੈ। ਜਿੱਥੇ ਚਾਹੁੰਦੇ ਹੋ, ਜਿਵੇਂ ਚਾਹੁੰਦੇ ਹੋ, ਉਹ ਸ਼ਕਤੀ ਨੂੰ ਆਪ ਵਰਤਦੇ ਹੋ। ਸ਼ਲੋਕ ਮਹਲਾ ਪੰਜਵਾ। ਸੋਏ ਸੁਣੰਦੜੀ ਮੇਰਾ ਮਨ ਤਨ ਮੌਲਾ। ਸਤਿਗੁਰੂ ਪਾਤਸ਼ਾਹ ਤੁਹਾਡੀ ਜਿਹੜੀ ਸ਼ੋਏ ਸੋਭਾ ਹੈ ਉਸ ਨੂੰ ਸੁਣ ਕੇ ਮੇਰਾ ਮਨ ਅਤੇ ਮੇਰਾ ਤਨ ਜਿਹੜਾ ਹੈ ਇਹ ਮੌਲਾ ਕਹੀਏ ਹਰਿਆ ਭਰਿਆ ਹੋ ਗਿਆ, ਜਾਂ ਕਹੀਏ ਖਿੜ ਗਿਆ। ਆਪ ਜੀ ਦੀ ਸੋਭਾ ਸੁਣ ਕੇ, ਵਡਿਆਈ ਸੁਣ ਕੇ ਮੇਰਾ ਮਨ ਤਨ ਖਿੜ ਜਾਂਦਾ ਹੈ। ਨਾਮ ਜਪੰਦੜੀ ਲਾਲੀ। ਅਤੇ ਆਪ ਜੀ ਦੇ ਨਾਮ ਨੂੰ ਜਪ ਕੇ ਮੇਰੇ ਮੂੰਹ ਤੇ ਲਾਲੀ ਚੜ੍ਹ ਜਾਂਦੀ ਹੈ। ਐਸਾ ਚਾਅ ਚੜ੍ਹ ਜਾਂਦਾ ਹੈ ਆਪ ਜੀ ਦਾ ਨਾਮ ਜਪ ਕੇ, ਕਿਉਂਕਿ ਬੱਧਾ ਚੱਟੀ ਵਾਲਾ ਬਚਨ ਨਹੀਂ ਹੈ। ਨਾਮ ਜਪ ਕੇ ਲਾਲੀ ਪ੍ਰਾਪਤ ਹੁੰਦੀ ਹੈ। ਪੰਧ ਜੁਲੰਦੜੀ ਮੇਰਾ ਮਨ ਤਨ ਠੰਡਾ। ਸਤਿਗੁਰੂ ਪਾਤਸ਼ਾਹ ਜੀ ਜਿਸ ਵੇਲੇ ਆਪ ਜੀ ਦੇ ਰਸਤੇ ਤੇ ਚੱਲਦਾ ਹੈ, ਗਿਆਨ ਰੂਪੀ ਰਸਤੇ ਤੇ ਚੱਲੀਦਾ ਹੈ, ਜਾਂ ਸਤ ਸੰਗਤ ਰੂਪੀ ਰਸਤੇ ਵਿੱਚ ਜਿਸ ਵੇਲੇ ਚੱਲੇ ਹਾਂ, ਉਸ ਵੇਲੇ ਮਨ ਵੀ ਠੰਡਾ ਹੋ ਗਿਆ ਅਤੇ ਇਸੇ ਤਰ੍ਹਾਂ ਤਨ ਵੀ ਠੰਡਾ ਹੋ ਜਾਂਦਾ ਹੈ। ਜਿਸ ਵੇਲੇ ਸੰਗਤ ਵਿੱਚ ਚੱਲ ਕੇ ਆਈਏ, ਗੁਰੂ ਦਾ ਬਚਨ ਸੁਣੀਏ, ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਜਾਂ ਜਦੋਂ ਗਿਆਨ ਪ੍ਰਾਪਤ ਹੁੰਦਾ ਉਦੋਂ ਮਨ ਸ਼ਾਂਤ ਹੋ ਜਾਂਦਾ ਹੈ। ਗੁਰ ਦਰਸ਼ਨ ਦੇਖ ਨਿਹਾਲੀ। ਸਤਿਗੁਰੂ ਜਦੋਂ ਆਪ ਜੀ ਦੇ ਦਰਸ਼ਨ ਕਰਦੇ ਹਾਂ ਤੇ ਫਿਰ ਨਿਹਾਲੀ ਕਹੀਏ, ਨਿਹਾਲ ਹੋ ਜਾਈਦਾ, ਨਿਹਾਲ ਹੋ ਜਾਈਦਾ। ਐਸੇ ਆਪ ਜੀ ਦੇ ਪਵਿੱਤਰ ਦਰਸ਼ਨ ਹਨ। ਮਹਲਾ ਪੰਜਵਾ। ਹੱਠ ਮਜਾਹੂ ਮੈਂ ਮਾਨਕ ਲੱਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੱਠ ਮਜਾਹੂ। ਹੱਠ ਨਾਮ ਹਿਰਦੇ ਦਾ, ਹਿਰਦੇ ਦੇ ਮਜਾਹੂ ਵਿੱਚ ਹੀ ਮੈਂ ਪਰਮਾਤਮਾ ਨੂੰ ਲੱਭ ਰਿਹਾ ਹੈ। ਹਿਰਦੇ ਦੇ ਵਿੱਚ ਜੋ ਮਾਨਕ ਰੂਪੀ ਪਰਮਾਤਮਾ ਉਸ ਨੂੰ ਲੱਭ ਲਿਆ ਹੈ। ਬਾਣੀ ਦਾ ਬਚਨ ਹੈ ਵਸੀ ਰੱਬ ਹਿਆਲੀਐ ਜੰਗਲ ਕਿਆ। ਟੂੰਡੇ ਦੁਨੀਆ ਦੇ ਲੋਕ ਕੋਈ ਤੀਰਥਾਂ 'ਤੇ ਲੱਭਦਾ ਪਿਆ, ਕੋਈ ਜੰਗਲਾਂ 'ਤੇ ਲੱਭਦਾ ਪਿਆ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਪਰਮਾਤਮਾ ਫਿਰ ਅੰਦਰੋਂ ਹੀ ਲੱਭ ਜਾਂਦਾ ਹੈ। ਜਿਸ ਵੇਲੇ ਕਹਿਣ ਲੱਗੇ ਉਹ ਮਾਨਕ ਰੂਪੀ ਪਰਮਾਤਮਾ ਅੰਦਰੋਂ ਲੱਭ ਗਿਆ, ਉਸ ਵੇਲੇ ਐਸੀ ਪ੍ਰਾਪਤੀ ਹੋਈ ਹੈ। ਮੁੱਲ ਨਾ ਕਿੱਦਾ ਮੈਂ ਕੋ ਸਤਿਗੁਰ ਦਿੱਤਾ। ਉਸ ਵੇਲੇ ਮੁੱਲ ਨਾ ਕਿੱਦਾ, ਉਹ ਪਰਮਾਤਮਾ ਮੈਨੂੰ ਮੁੱਲ ਨਹੀਂ ਮਿਲਿਆ ਹੈ। ਸਾਡੇ ਕੋਲ ਗੁਰਮੁਖੋ ਜਿੰਨੀ ਮਰਜ਼ੀ ਧਨ ਦੌਲਤ ਹੋਵੇ, ਸਾਰੀ ਦੀ ਸਾਰੀ ਦੇ ਦਈਏ, ਪਰ ਮੁੱਲ ਦੇ ਕੇ ਕਦੇ ਪਰਮਾਤਮਾ ਨਹੀਂ ਮਿਲਿਆ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਬਾਣੀ ਦਾ ਬਚਨ ਇਹ ਹੈ ਕਿ ਉਹ ਪਰਮਾਤਮਾ ਮੁੱਲ ਨਾ ਕਿੱਦਾ, ਉਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਹੈ। ਫਿਰ ਉਹ ਮਿਲਦਾ ਕਿਵੇਂ ਹੈ? ਕਹਿਣ ਲੱਗੇ ਮੈਂ ਕੋ ਸਤਿਗੁਰ ਦਿੱਤਾ, ਮੈਨੂੰ ਸਤਿਗੁਰਾਂ ਨੇ ਦਿੱਤਾ, ਉਹ ਤਾਂ ਮਿਲਿਆ ਹੈ। ਪਰਮਾਤਮਾ ਮੁੱਲ ਨਹੀਂ ਮਿਲਿਆ। ਕਿਵੇਂ ਮਿਲਿਆ? ਸਤਿਗੁਰਾਂ ਨੇ ਦਿੱਤਾ ਹੈ। ਮਹਾਰਾਜ ਨੇ ਵਿੱਚ ਵਿਚੋਲੇ ਪੈ ਕੇ ਦਿੱਤਾ ਤੇ ਤਾਂ ਉਹ ਪਰਮਾਤਮਾ ਮਿਲਿਆ ਹੈ। ਢੂੰਡ ਵੰਝਾਈ ਥੀਆ ਥਿੱਤਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਉਸ ਦੀ ਜਿਹੜੀ ਢੂੰਡ ਹੈ, ਭਾਲ ਕਰਨੀ ਸੀ, ਉਹ ਦੂਰ ਕਰ ਦਿੱਤੀ ਹੈ। ਢੂੰਡ ਵੰਝਾਈ ਜਿਹੜੀ ਪਰਮਾਤਮਾ ਨੂੰ ਲੱਭਣ ਦੀ ਭਾਲ ਕਰਦਾ ਪਿਆ ਸੀ ਨਾ, ਉਹ ਸਾਰੀ ਭਾਲ ਮਹਾਰਾਜ ਨੇ ਆਪ ਹੀ ਕਿਰਪਾ ਕਰਕੇ ਦੂਰ ਕਰ ਦਿੱਤੀ ਹੈ। ਹੁਣ ਭਾਲਣ ਦੀ ਲੋੜ ਨਹੀਂ ਹੈ, ਲੱਭਣ ਦੀ ਲੋੜ ਨਹੀਂ ਹੈ। ਥੀਆ ਥਿੱਤਾ, ਉਹ ਪਰਮਾਤਮਾ ਜਿਹੜਾ ਹੈ ਉਹ ਮੇਰੇ ਮਨ ਦੇ ਵਿੱਚ ਸਤਿਗੁਰਾਂ ਨੇ ਟਿਕਾ ਦਿੱਤਾ ਹੈ। ਸੋ ਗੁਰਮੁਖੋ ਥੀਆ ਥਿੱਤਾ, ਥਿੱਤਾ ਤੋਂ ਭਾਵ ਹੈ ਸਥਿਤ ਕਰ ਦੇਣਾ, ਟਿਕਾ ਦੇਣਾ। ਜਿਸ ਰੱਬ ਨੂੰ ਮੈਂ ਲੱਭਦਾ ਫਿਰਦਾ ਸੀ ਉਹਨੂੰ ਲੱਭਣ ਦੀ ਲੋੜ ਨਹੀਂ, ਕਿਉਂਕਿ ਸਤਿਗੁਰਾਂ ਨੇ ਉਸ ਨੂੰ ਮੇਰੇ ਮਨ ਵਿੱਚ ਟਿਕਾ ਦਿੱਤਾ ਹੈ। ਜਨਮ ਪਦਾਰਥ ਨਾਨਕ ਦਿੱਤਾ। ਤੇ ਸਤਿਗੁਰੂ ਕਹਿਣ ਲੱਗੇ ਭਾਈ ਇਹ ਜਿਹੜਾ ਮਨੁੱਖਾ ਜਨਮ ਰੂਪੀ ਪਦਾਰਥ ਹੈ ਇਹ ਜਿੱਤ ਲਿਆ ਹੈ, ਭਾਵ ਕਿ ਮਨੁੱਖਾ ਜਨਮ ਹੁਣ ਸਫਲਾ ਹੋ ਗਿਆ ਹੈ। ਪੌੜੀ ਜਿਸਕੇ ਮਸਤਕ ਕਰਮ ਹੋਏ ਸੋ ਸੇਵਾ ਲਾਗਾ। ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਹਨ ਉਹ ਗੁਰਮੁਖ ਜਿਹੜੇ ਨੇ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਸੇਵਾ ਕਰਦੇ ਹਨ। ਜਿਸ ਗੁਰ ਮਿਲ ਕਮਲ ਪ੍ਰਗਾਸਿਆ ਸੋ ਅਨਦਿਨ ਜਾਗਾ। ਜਿਨ੍ਹਾਂ ਦਾ ਗੁਰੂ ਨਾਲ ਮਿਲ ਕੇ ਹਿਰਦਾ ਰੂਪੀ ਕਮਲ ਖਿੜਿਆ ਹੈ ਉਹ ਦਿਨੇ ਰਾਤ ਗੁਰਮੁਖੋ ਜਾਗਰਤ ਅਵਸਥਾ ਵਿੱਚ ਜਾਗਦੇ ਰਹਿੰਦੇ ਹਨ। ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਭਉ ਭਾਗਾ। ਉਸ ਪਰਮਾਤਮਾ ਦੇ ਜਿਹੜੇ ਚਰਨ ਹਨ, ਬਿੰਦ ਕਹੀਏ ਕਮਲਾਂ ਵਰਗੇ ਨੇ,
ਸੋ ਜਿਨ੍ਹਾਂ ਦਾ ਮਨ ਉਸ ਪ੍ਰਮਾਤਮਾ ਦੇ ਕਮਲਾਂ ਵਰਗੇ ਚਰਨਾਂ ਦੇ ਨਾਲ ਜੁੜਿਆ ਹੈ, ਉਹਨਾਂ ਦਾ ਭਰਮ ਭਉ ਕਹੀਏ ਡਰ ਵੀ ਉਹਨਾਂ ਦਾ ਦੂਰ ਹੋ ਗਿਆ, ਭਰਮ ਵੀ ਉਹਨਾਂ ਦੇ ਦੂਰ ਹੋ ਜਾਂਦੇ ਹਨ। ਆਤਮ ਜਿੱਤਾ ਗੁਰਮਤੀ ਅਗੰਜਤ ਭਾਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਦੀ ਮੱਤ ਦੇ ਨਾਲ ਉਹਨਾਂ ਨੇ ਆਤਮ ਜਿੱਤਾ, ਮਨ ਜਿੱਤ ਲਿਆ ਹੈ। ਆਤਮ ਜੀਤਾ ਗੁਰਮਤੀ, ਗੁਰੂ ਦੀ ਮੱਤ ਦੇ ਨਾਲ ਉਹਨਾਂ ਗੁਰਮੁਖਾਂ ਨੇ ਆਪਣਾ ਮਨ ਜਿੱਤ ਲਿਆ ਹੈ। ਅਗੰਜਤ ਭਾਗਾ, ਜਿਹੜੇ ਅਣਗਿਣਤ ਪ੍ਰਮਾਤਮਾ ਵਿੱਚ ਭਾਗਾ ਰਪਿਆ ਗਿਆ, ਮਿਲ ਗਿਆ ਉਸ ਗੁਰਮੁਖ ਨੇ। ਸੋ ਐਸੀ ਜਿਹੜੀ ਹੈ ਕਮਾਈ ਕਰ ਲਈ ਹੈ। ਅਗੰਜਤ ਭਾਗਾ, ਅਗੰਜਤ ਕਹੀਏ ਜੋ ਬੇਅੰਤ ਪ੍ਰਮਾਤਮਾ ਹੈ, ਭਾਗਾ ਕਹੀਏ ਜਿਹੜਾ ਉਹਦੇ ਵਿੱਚ ਰੰਗਿਆ ਗਿਆ ਨਾ ਨਾਮ ਦੇ ਵਿੱਚ, ਉਹ ਜਿਹੜਾ ਗੁਰਮੁਖ ਹੈ ਆਤਮ ਜਿੱਤਾ, ਉਸਨੇ ਮਨ ਨੂੰ ਜਿੱਤ ਲਿਆ ਹੈ। ਕਿਵੇਂ ਜਿੱਤਾ ਜੀ? ਕਹਿਣ ਲੱਗੇ ਗੁਰਮਤੀ, ਗੁਰੂ ਦੀ ਮੱਤ ਦੇ ਨਾਲ, ਗੁਰੂ ਦੀ ਸਿੱਖਿਆ ਨਾਲ ਉਸ ਨੂੰ ਇਹ ਪ੍ਰਾਪਤੀ ਹੋਈ ਹੈ। ਜਿਸੇ ਤੇ ਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ। ਮਹਾਰਾਜ ਕਹਿਣ ਲੱਗੇ, ਭਾਈ ਜਿਸ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਇਆ ਹੈ, ਉਹ ਕਲਯੁਗ ਦੇ ਵਿੱਚ ਤਾਗਾ ਕਹੀਏ ਗਿਆਨਵਾਨ ਹੈ, ਜਾਂ ਕਹਿ ਲਈਏ ਭਾਈ ਉਹੀ ਸਥਿਤ ਹੋਇਆ ਹੈ ਜਿਸ ਨੇ ਉਸ ਦੇ ਨਾਮ ਨੂੰ ਧਿਆਇਆ ਹੈ। ਸਾਧੂ ਸੰਗਤ ਨਿਰਮਲਾ 860 ਮਜਨਾਗਾ। ਜਿਹੜਾ ਸਾਧੂਆਂ ਦੀ ਸੰਗਤ ਵਿੱਚ ਬੈਠਿਆ ਉਹ ਨਿਰਮਲ ਹੋਇਆ ਹੈ। ਨਿਰਮਲ ਕੀ ਹੋਇਆ ਹੈ? ਉਸ ਨੂੰ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲਿਆ ਹੈ। 8 60 60 ਤੇ 8 68। ਹਿੰਦੂ ਧਾਰਮਿਕ ਗ੍ਰੰਥਾਂ ਵਿੱਚ 68 ਤੀਰਥਾਂ ਦਾ ਬੜਾ ਵੱਡਾ ਫਲ ਲਿਖਿਆ ਇਸ਼ਨਾਨ ਕਰਨ ਦਾ। ਪਰ ਕਹਿਣ ਲੱਗੇ ਸਾਧੂ ਸੰਗਤ, ਜਿਸ ਨੇ ਗੁਰੂ ਦੀ ਸੰਗਤ ਕਰ ਲਈ, ਸਾਧ ਸੰਗਤ ਕਰ ਲਈ, ਉਸਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਬੋਲੇ ਸੋ ਨਿਹਾਲ। ਐਸੀ ਦਾਤ ਇਹ ਸੰਗਤ ਦੀ ਹੈ ਜਿਹੜੀ ਸਾਨੂੰ ਬੜੀ ਸੁਖੈਨ ਪ੍ਰਾਪਤ ਹੁੰਦੀ ਹੈ, ਪਰ ਸਾਨੂੰ ਇਸ ਦੀ ਕੀਮਤ ਬਾਰੇ ਨਹੀਂ ਪਤਾ ਹੈ। 68 ਤੀਰਥਾਂ ਦਾ ਇਸ਼ਨਾਨ ਕਰਨਾ ਸੌਖਾ ਨਹੀਂ ਹੈ। ਜ਼ਿੰਦਗੀ ਦਾ ਬੜਾ ਸਮਾਂ ਲੱਗ ਜਾਂਦਾ, ਬੜਾ ਖਰਚਾ ਔਰ ਬੜੇ ਕਸ਼ਟ ਆਉਂਦੇ ਇਹਨਾਂ ਤੀਰਥਾਂ ਦੇ ਉੱਪਰ ਜਾ ਕੇ ਇਸ਼ਨਾਨ ਕਰਨ ਦਾ। ਪਰ ਕਹਿਣ ਲੱਗੇ ਗੁਰੂ ਦੀ ਸੰਗਤ ਵਿੱਚ ਆ ਕੇ ਜਿਹੜਾ ਬੈਠ ਗਿਆ ਨਾ, ਸ਼ਬਦ ਸੁਣਦਾ ਪਿਆ, ਉਸਨੇ ਇੱਥੇ ਸੰਗਤ ਵਿੱਚ ਬੈਠਿਆਂ ਹੀ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਐਸੀ ਦਾਤ ਪ੍ਰਾਪਤ ਹੁੰਦੀ ਹੈ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ। ਜਿਸ ਨੂੰ ਪ੍ਰਮਾਤਮਾ ਮਿਲਿਆ ਹੈ, ਕਹਿਣ ਲੱਗੇ ਉਹ ਪੁਰਖ ਭਾਈ ਬੰਦਾ ਵੱਡਿਆਂ ਭਾਗਾਂ ਵਾਲਾ ਹੈ। ਉਹਦੇ ਭਾਗ ਬਹੁਤੇ ਵੱਡੇ ਨੇ ਮਨੁੱਖਾ ਜਨਮ ਦੇ ਵਿੱਚ ਜੋ ਪ੍ਰਮਾਤਮਾ ਨੂੰ ਮਿਲਿਆ ਹੈ। ਨਾਨਕ ਤਿਸ ਬਲਿਹਾਰਨ ਜਿਸ ਏਵਨ ਭਾਗਾ। ਉਸ ਗੁਰਮੁਖ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਸਦਕੇ ਜਾਈਏ ਭਾਈ, ਜਿਹਦੇ ਏਡੇ ਵੱਡੇ ਭਾਗ ਹਨ। ਏਵਡ ਭਾਗਾ, ਜਿਸ ਦੇ ਇੰਨੇ ਵੱਡੇ ਭਾਗ ਨੇ ਵੀ ਉਸ ਨੇ ਇਸ ਮਨੁੱਖਾ ਜਨਮ ਵਿੱਚ ਪ੍ਰਮਾਤਮਾ ਨੂੰ ਪਾ ਲਿਆ, ਉਹ ਵੱਡਿਆਂ ਭਾਗਾਂ ਵਾਲਾ ਕਹੀਦਾ ਹੈ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਆ। ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸਿਓ ਮਿਲੋ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ। ਨਾਨਕ ਤਿਸ ਬਲਿਹਾਰਨ ਜਿਸ ਏਵਡ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਰਾਤ ਨੂੰ ਵਿਸ਼ੇਸ਼ ਤੌਰ 'ਤੇ ਜਿਹੜੇ ਦੀਵਾਨ ਹਨ ਆਪਣੇ ਗੁਰਦੁਆਰਾ ਸਾਹਿਬ ਵਿਖੇ ਸਜਾਏ ਜਾ ਰਹੇ ਨੇ। ਸੋ ਆਪਣੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਆਪ ਸੰਗਤਾਂ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਉਪਰੰਤ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉਹ ਵੀ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਗੁਰੂ ਕੇ ਲੰਗਰ ਆਪ ਸੰਗਤਾਂ ਵਾਸਤੇ ਤਿਆਰ ਹੋਣਗੇ। 7:15 ਵਜੇ ਕੀਰਤਨ ਦੀ ਆਰੰਭਤਾ ਜਿਹੜੀ ਹੈ ਉਹ ਭਾਈ ਰਵਿੰਦਰ ਸਿੰਘ ਦੇ ਵੱਲੋਂ ਕੀਤੀ ਜਾਏਗੀ। 8:15 ਵਜੇ ਤੱਕ ਉਹਨਾਂ ਦਾ ਦੀਵਾਨ ਹੋਵੇਗਾ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ